ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਵਾਹਿਗੁਰੂ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦ ਹੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਮਹਾਨ ਸੁੱਖਾਂ ਦੇ ਦਾਤੇ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ, ਸਮਰੱਥ ਸੱਚੇ ਪਾਤਸ਼ਾਹ ਪ੍ਰਤੱਖ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਸੱਚੇ ਪਾਤਸ਼ਾਹ, ਮਹਾਨ ਖੁਸ਼ੀਆਂ ਪ੍ਰਦਾਨ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਮਹਾਰਾਜ, ਗਰੀਬ ਨਵਾਜ ਚਬਰ ਛਤਰ ਤਖਤ ਦੇ ਮਾਲਕ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਰੀ ਸੰਗਤ ਬੜੇ ਹੀ ਪ੍ਰੇਮ ਦੇ ਨਾਲ ਦੋਵੇਂ ਹੱਥ ਜੋੜੋ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ, ਗੁਰੂ ਜੀ ਨੂੰ ਧੰਨ ਕਹੋ, ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ੂਰੀ ਦੇ ਅੰਦਰ ਸੁਭਾਏਮਨ ਹੋ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤਮਈ ਰਸਮਈ ਗੁਰਬਾਣੀ ਦਾ ਕੀਰਤਨ ਆਪ ਸਮੂਹ ਸੰਗਤ ਬੜੇ ਹੀ ਪ੍ਰੇਮ ਦੇ ਨਾਲ ਸਰਵਣ ਕਰ ਰਹੇ ਸੀ। ਸਾਰੀ ਸੰਗਤ ਦਾਸ ਦੀ ਤੇ ਆਪਣੀ ਹਾਜ਼ਰੀ ਹਜੂਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਲਵਾਓ ਜੀ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਜਿਸ ਤਰੀਕੇ ਦੇ ਨਾਲ ਹਜੂਰ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਦੋਵੇਂ ਘੋੜੇ ਜਾਨ ਤਲੀ ਤੇ ਰੱਖ ਕੇ ਲੈ ਕੇ ਆਉਂਦੇ ਨੇ,
ਉਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਬਾਬਾ ਜੀ ਪਹਿਲਾਂ ਘਾਈ ਬਣ ਕੇ ਗਏ, ਉਥੋਂ ਘੋੜਾ ਲੈ ਕੇ ਆਏ। ਕਿਲੇ ਦੇ ਅੰਦਰ ਜਾਣਾ ਬੜੀ ਵੱਡੀ ਗੱਲ ਸੀ। ਕਿਲੇ ਦੇ ਅੰਦਰ ਗਏ, ਉਥੋਂ ਜਾ ਕੇ ਬਾਬਾ ਜੀ ਘੋੜਾ ਲੈ ਕੇ ਆਏ। ਫਿਰ ਦੂਜੇ ਨੰਬਰ ਤੇ ਫਿਰ ਆਪ ਜੀ ਨੇ ਸੁਣਿਆ, ਪਹਿਲਾ ਘੋੜਾ ਉਦਾਸ ਹੋ ਗਿਆ। ਮਹਾਰਾਜ ਨੇ ਡਿਊਟੀ ਲਾਈ, ਸੱਚੇ ਪਾਤਸ਼ਾਹ ਨੇ ਬਾਬਾ ਜੀ ਦੀ, ਬਾਬਾ ਬਿਧੀ ਚੰਦ ਸਾਹਿਬ ਜੀ ਦੀ, ਵੀ ਦੂਜਾ ਘੋੜਾ ਵੀ ਲੈ ਕੇ ਆਈਏ। ਬਾਬਾ ਜੀ ਜਿਸ ਤਰੀਕੇ ਦੇ ਨਾਲ ਗਏ, ਉਹ ਸਾਰਾ ਕੁਝ ਆਪ ਜੀ ਨੇ ਸੁਣਿਆ। ਕਮਾਲ ਦੀ ਗੱਲ ਇਹ ਹੈ, ਦੂਜੀ ਵਾਰੀ ਬਾਬਾ ਜੀ ਉੱਥੇ ਗਏ, ਕੋਈ ਵੀ ਉੱਥੇ ਪਛਾਣ ਨਹੀਂ ਜੀ ਸਕਿਆ ਬਾਬਾ ਜੀ ਨੂੰ। ਸਭ ਕੁਝ ਹੀ ਆਪ ਜੀ ਨੇ ਸੁਣਿਆ ਹੈ। ਸੰਗਤ ਜੀ, ਇਹ ਗੁਰੂ ਜੀ ਦੀ ਕਿਰਪਾ ਦੀ ਖੇਡ ਹੈ। ਗੁਰੂ ਸਾਹਿਬ ਕਿਰਪਾ ਕਰ ਦੇਣ ਤੇ ਸਾਧ ਸੰਗਤ ਜੀ ਨਿੱਕੇ ਨਿੱਕੇ ਬੰਦਿਆਂ ਤੋਂ ਵੀ ਬੜਾ ਵੱਡਾ ਵੱਡਾ ਕੰਮ ਕਰਾ ਦਿੰਦੇ ਜੀ। ਤੇ ਬਾਬਾ ਜੀ ਤੇ ਹੈ ਹੀ ਬੜੇ ਵੱਡੇ ਸੀਗੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਾਬਾ ਬਿਧੀ ਚੰਦ ਸਾਹਿਬ ਜੀ ਕਿਸ ਤਰੀਕੇ ਨਾਲ ਫਿਰ ਗਏ ਤੇ ਬਾਦਸ਼ਾਹ ਵੀ ਉਹਨਾਂ ਦੀਆਂ ਗੱਲਾਂ 'ਚ ਆ ਗਿਆ। ਸਾਰੇ ਬਾਬਾ ਜੀ ਦਾ ਕਹਿਣਾ ਮੰਨ ਕੇ ਬਾਬਾ ਜੀ ਉਹਨਾਂ ਦੇ ਕੋਲੋਂ, ਉਹਨਾਂ ਦੇ ਸਾਹਮਣੇ ਉਹਨਾਂ ਨੂੰ ਦੱਸ ਕੇ ਘੋੜਾ ਲੈ ਕੇ ਆਏ ਤੇ ਚਾਬੀਆਂ ਦਰਿਆ 'ਚ ਸੁੱਟ ਦਿੱਤੀਆਂ। ਤੇ ਨਾਲ ਹੀ ਫਿਰ ਮੇਰਾ ਸਤਿਗੁਰ ਰਖਵਾਲਾ ਹੋਆ, ਇਹੋ ਜਿਹੇ ਸ਼ਬਦ ਪੜ੍ਹੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਔਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਹੋਰ ਸ਼ਬਦ ਬਾਬਾ ਜੀ ਨੇ ਪੜ੍ਹੇ। ਕੱਲ ਆਪ ਜੀ ਨੇ ਸਰਵਣ ਕੀਤੇ ਸੀਗੇ, ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਸ਼ਬਦ ਪੜ੍ਹਦੇ ਪੜ੍ਹਦੇ ਆਏ। ਜਦੋਂ ਬਾਬਾ ਜੀ ਭਾਈ ਰੂਪੇ ਨਗਰ ਵਿੱਚ ਆਏ, ਵੇਖਿਆ ਗੁਰੂ ਸਾਹਿਬ ਇੱਥੇ ਨਹੀਂ ਹੈਗੇ। ਪਤਾ ਕੀਤਾ ਕਿੱਥੇ ਨੇ, ਪਤਾ ਲੱਗਾ ਵੀ ਰਾਏ ਜੋਧ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜੀ ਅੱਗੇ ਗਏ ਨੇ ਕਾਂਗੜਪੁਰ ਵਿੱਚ। ਬਾਬਾ ਜੀ ਫਿਰ 2 ਕੋ ਪਹਿਲਾਂ ਹੀ ਘੋੜੇ ਤੋਂ ਉਤਰ ਜਾਂਦੇ ਜੀ। ਘੋੜਾ ਲੈ ਕੇ ਆਏ, ਮਹਾਰਾਜ ਜੀ ਦੇ ਹਜ਼ੂਰ ਪਹੁੰਚੇ। ਬਾਹਰ ਘੋੜਾ ਫੜ ਕੇ ਖਲੋਤੇ ਨੇ। ਕਾਠੀ ਜਗਮਗਾ ਰਹੀ ਸੀ, ਰਾਤ ਦਾ ਸਮਾਂ ਸੀ। ਤੇ ਸੰਗਤ ਜੀ, ਆਪ ਜੀ ਨੇ ਫਿਰ ਸੁਣਿਆ, ਹਜ਼ੂਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਬਹੁਤ ਖੁਸ਼ ਹੋਏ ਬਾਬਾ ਜੀ ਉੱਤੇ, ਬਹੁਤ ਖੁਸ਼ ਹੋਏ। ਗੁਰਮੁਖੋ, ਸਿੱਖੀ ਨਾਮ ਗੱਲਾਂ ਕਰਨ ਵਾਲਿਆਂ ਦਾ ਨਹੀਂ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਾਬਾ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ, ਹਾਂਜੀ, ਉਹਨਾਂ ਨੂੰ ਵੀ ਬਹਾਦਰ ਆਖਿਆ ਜਾਂਦਾ ਜੀ ਕੌਮ ਦੇ ਵਿੱਚ। ਹਾਂਜੀ, ਬਾਬਾ ਬਿਧੀ ਚੰਦ ਜੀ ਨੂੰ ਵੀ ਬਹਾਦਰ ਕਿਹਾ ਜਾਂਦਾ ਜੀ। ਬਾਬਾ ਜੀ ਵਾਸਤੇ 2-3 ਸ਼ਬਦ ਜ਼ਿਆਦਾ ਪ੍ਰਚਲਿਤ ਨੇ ਬਾਬਾ ਜੀ ਵਾਸਤੇ, ਜਿਵੇਂ ਬਾਬਾ ਬਿਧੀ ਚੰਦ ਸਾਹਿਬ ਜੀ, ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ, ਇਹੋ ਜਿਹੇ ਸ਼ਬਦ ਬੜੇ ਪ੍ਰਚਲਿਤ ਨੇ ਬਾਬਾ ਜੀ ਵਾਸਤੇ ਜੀ। ਬਾਬਾ ਜੀ ਬਾਬਾ ਬੰਦਾ ਸਿੰਘ ਜੀ ਨੂੰ ਵੀ ਬਹਾਦਰ ਦਾ ਖਿਤਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦਿੱਤਾ ਸੀਗਾ ਜੀ, ਵੀ ਤੂੰ ਬਹਾਦਰ ਹੈ। ਤੇ ਬਹਾਦਰਾਂ ਵਾਲਾ ਕਾਰਜ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੇ ਕੀਤਾ ਜੀ। ਸਤਿਗੁਰੂ ਕਿਰਪਾ ਕਰਨ, ਕੱਲ ਆਪਾਂ ਉਹਨਾਂ ਬਾਰੇ ਵੀ ਵਿਚਾਰ ਕਰਾਂਗੇ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬਿਧੀ ਚੰਦ ਜੀ ਤੁਸੀਂ ਬਹਾਦਰਾਂ ਵਾਲਾ ਕੰਮ ਕੀਤਾ। ਗੁਰੂ ਹਰਗੋਬਿੰਦ ਸਾਹਿਬ ਬਾਬਾ ਜੀ ਉੱਤੇ ਬਹੁਤ ਖੁਸ਼ ਹੋਏ ਜੀ। ਇੰਨੀ ਖੁਸ਼ੀ ਕੀਤੀ, ਆਪ ਜੀ ਨੇ ਸੁਣਿਆ। ਕਮਾਲ ਉਦੋਂ ਹੋ ਗਈ ਸੰਗਤ ਜੀ, ਜਦੋਂ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਾ ਜੀ ਨੂੰ ਆਪਣੀ ਛਾਤੀ ਨਾਲ ਹੀ ਲਾ ਲਿਆ ਜੀ। ਬਾਬਾ ਜੀ ਨੂੰ ਆਪਣੇ ਸੀਨੇ ਨਾਲ ਲਾ ਲਿਆ, ਬਾਬਾ ਜੀ ਨੂੰ ਆਪਣੇ ਗਲੇ ਨਾਲ ਲਾ ਲਿਆ ਜੀ। ਤੇ ਸੰਗਤ ਨੂੰ ਸੁਣਾ ਕੇ ਇਹ ਗੱਲ ਆਖੀ, ਕਹਿਣ ਲੱਗੇ, ਇਹ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਸ ਦਿਨ ਤੋਂ ਫਿਰ ਇਹ ਗੱਲ ਪ੍ਰਚਲਿਤ ਹੋ ਗਈ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਹੋਰ ਬਚਨ ਸੱਚੇ ਪਾਤਸ਼ਾਹ ਮਹਾਰਾਜ ਨੇ ਕੀਤੇ, ਉਹ ਸਾਰੇ ਹੀ ਆਪ ਜੀ ਨੇ ਸੁਣੇ। ਜੋ ਜੋ ਮਹਾਰਾਜ ਨੇ ਕੀਤੇ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਸਦਾ ਗੁਰੂ ਕੇ ਰਸ ਮਹਿ ਪੀਨਾ। ਇਹ ਸਦਾ ਹੀ ਗੁਰੂ ਕੇ ਰਸ ਵਿੱਚ ਭਿੱਜੇ ਰਹਿੰਦੇ ਨੇ। ਸਰਬ ਵਿਕਾਰਨ ਉਰਤੇ ਹੀਨਾ। ਬਾਬਾ ਬਿਧੀ ਚੰਦ ਜੀ ਦੇ ਅੰਦਰ ਲੇਸ਼ ਮਾਤਰ ਵਿਕਾਰ ਵੀ ਨਹੀਂ ਰਿਹਾ ਜੀ। ਗੱਜ ਕੇ ਆਖੋ ਵਾਹਿਗੁਰੂ। ਬੜੇ ਬੜੇ ਕਹਿੰਦੇ ਕਵਾਉਂਦੇ ਬੰਦੇ, ਵਾਹਿਗੁਰੂ ਜੀ ਦਾ ਨਾਮ ਜਪਣ ਵਾਲੇ, ਚਲੋ ਸਾਰੇ ਹੀ ਚੰਗੇ ਨੇ। ਜਿਹਦੀ ਅਵਸਥਾ ਹੈ ਉਹ ਉੱਥੋਂ ਤੱਕ ਪਹੁੰਚ ਜਾਂਦਾ ਜੀ। ਪਰ
ਬਾਬਾ ਜੀ ਦੇ ਬਾਰੇ ਗੁਰੂ ਜੀ ਨੇ ਬਚਨ ਕੀਤਾ ਵੀ ਇਹਨਾਂ ਦੇ ਅੰਦਰ ਲੇਸ਼ ਮਾਤਰ ਵੀ ਵਿਕਾਰ ਨਹੀਂ ਜੀ ਰਿਹਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਆਖਿਆ ਬੀਬੀ ਬਿਧੀ ਚੰਦ ਜੀ ਕੁਛ ਮੰਗ ਲਓ, ਤੇ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਉਹ ਬਚਨ ਕੱਲ ਤੁਸੀਂ ਸੁਣਿਆ, ਦੇਹੋ ਗੁਰ ਸੰਗ ਨਾਮ ਕੋ ਰੰਗ ਬੀਤਹਿ ਬੈਸ ਸਾਧ ਕੈ ਸੰਗ। ਇਹ ਬਚਨ ਬਾਬਾ ਜੀ ਨੇ ਮੰਗਿਆ। ਗੁਰੂ ਜੀ ਬਹੁਤ ਖੁਸ਼ ਹੋਏ ਜੀ, ਤੇ ਆਪ ਫਿਰ ਘੋੜੇ ਨੂੰ ਨਾਲ ਲੈ ਕੇ ਦਿਲ ਬਾਗ ਨੂੰ ਗੁੱਲ ਬਾਗ ਦੇ ਨਾਲ ਮਿਲਾਇਆ ਜੀ। ਗੁੱਲ ਬਾਗ ਨੂੰ ਦਿਲ ਬਾਗ ਨਾਲ ਮਿਲਾਇਆ। ਦੋਵੇਂ ਘੋੜੇ ਮਿਲ ਕੇ ਬੜੇ ਖੁਸ਼ ਹੋਏ ਜੀ, ਹਿਣਕਣ ਲੱਗ ਪਏ ਜੀ ਦੋਵੇਂ ਘੋੜੇ ਜੀ। ਸੰਗਤਾਂ ਬਹੁਤ ਜ਼ਿਆਦਾ ਖੁਸ਼ ਹੋਈਆਂ। ਮਹਾਰਾਜ ਬਾਂਹ ਫੜ ਕੇ ਬਾਬਾ ਬਿਧੀ ਚੰਦ ਜੀ ਦੀ ਤੇ ਦੀਵਾਨ ਦੇ ਵਿੱਚ ਲੈ ਆਏ ਜੀ। ਤੇ ਦੀਵਾਨ ਵਿੱਚ ਲਿਆ ਕੇ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬਿਧੀ ਚੰਦ ਹੁਣ ਇਹ ਗੱਲ ਸੰਗਤ ਨੂੰ ਸੁਣਾਓ ਵੀ ਤੁਸੀਂ ਕਿਸ ਤਰੀਕੇ ਨਾਲ ਦੋਵੇਂ ਘੋੜੇ ਲਿਆਂਦੇ ਨੇ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਜੀ ਨੇ ਸਾਰੀ ਕਥਾ ਹੀ ਸੁਣਾਈ ਜੀ, ਜੋ ਜੋ ਹੋਇਆ। ਪਰ ਵੱਡੀ ਗੱਲ ਬਾਬਾ ਜੀ ਨੇ ਕਿਤੇ ਵੀ ਆਪਾ ਨਹੀਂ ਜਣਾਇਆ ਵੀ ਮੈਂ ਕੁਝ ਕੀਤਾ ਜੀ। ਇਹ ਬਹੁਤ ਵੱਡੀ ਗੱਲ ਹੈ ਜੀ। ਹਾਂਜੀ, ਥੋੜਾ ਜਿੰਨਾ ਕੰਮ ਕਰਕੇ ਬੰਦੇ ਵਿੱਚ ਮੈਂ ਪ੍ਰਬਲ ਹੋ ਜਾਂਦੀ ਜੀ। ਮੈਂ ਜੀ ਹਾਂਜੀ, ਹਉਮੈ ਦਾ ਅਰਥ ਕੀ ਹੈ ਜੀ? ਹਉ ਦਾ ਅਰਥ ਵੀ ਮੈਂ ਹਾਂ ਜੀ। ਇੱਕ ਉਹਦੇ ਨਾਲ ਹੋਰ ਮੈਂ ਲੱਗੀ ਜੀ, ਜਿਹੜਾ ਮੈਂ ਹੀ ਕਰਦਾ ਰਵੇ ਜੀ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਜੀ ਨੇ ਕਿਤੇ ਵੀ ਮੈਂ ਸ਼ਬਦ ਨਹੀਂ ਵਰਤਿਆ ਜੀ। ਜਿੱਥੇ ਵਰਤਿਆ ਗੁਰੂ ਜੀ ਦੀ ਕਿਰਪਾ ਵਰਤੀ। ਗੁਰੂ ਜੀ ਦੀ ਕਿਰਪਾ ਨਾਲ ਘਾਈ ਬਣਨ ਦਾ ਫੁਰਨਾ ਪੈਦਾ ਹੋ ਗਿਆ। ਗੁਰੂ ਜੀ ਦੀ ਕਿਰਪਾ ਨਾਲ ਜੋਤਸ਼ੀ ਨਜੂਮੀ ਬਣਨ ਦਾ ਫੁਰਨਾ ਪੈਦਾ ਹੋ ਗਿਆ। ਗੁਰੂ ਜੀ ਦੀ ਕਿਰਪਾ ਨਾਲ ਹੀ ਬਾਦਸ਼ਾਹ ਵਸ ਵਿੱਚ ਹੋ ਗਿਆ। ਗੁਰਮੁਖੋ, ਆਮ ਛੋਟੇ ਮੋਟਿਆਂ ਦੀ ਤੇ ਗੱਲ ਛੱਡੋ, ਜਿਨ੍ਹਾਂ ਤੇ ਗੁਰੂ ਜੀ ਦੀ ਕਿਰਪਾ ਹੋਵੇ ਵੱਡੇ ਵੱਡੇ ਬਾਦਸ਼ਾਹ ਵੀ ਉਹਨਾਂ ਦੇ ਵਸ ਵਿੱਚ ਹੋ ਜਾਂਦੇ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਮਹਾਰਾਜ ਨੇ ਬਾਣੀ 'ਚ ਕਿਰਪਾ ਦਾ ਬਹੁਤ ਜ਼ਿਕਰ ਕੀਤਾ ਜੀ। ਕਿਰਪਾ ਕੀ ਕਰਦੀ ਹੈ ਜੀ? ਹਾਂਜੀ, ਜਿਸ ਉੱਗੇ ਕਿਰਪਾ ਹੋ ਜਾਂਦੀ ਹੈ ਨਾ ਜੀ। ਤੇ ਬਾਬਾ ਜੀ ਭਗਤ ਰਵਿਦਾਸ ਸਾਹਿਬ ਜੀ ਦਾ ਇਹ ਸ਼ਬਦ ਹੈ ਜੀ। ਉਹ ਕਹਿੰਦੇ ਅਸ਼ਟ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ, ਦਾਲਤ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ। ਉਹ ਕਹਿਣ ਲੱਗੇ ਬਾਬਾ ਰਵਿਦਾਸ ਸਾਹਿਬ ਜੀ ਭਗਤ ਜੀ, ਉਹ ਕਹਿੰਦੇ ਮੈਂ ਬਹੁਤ ਗਰੀਬ ਸਾਂ। ਕਹਿਣ ਲੱਗੇ ਮੈਨੂੰ ਵੇਖ ਕੇ ਹਰ ਕੋਈ ਹੱਸਦਾ ਸੀ। ਕਹਿਣ ਲੱਗੇ ਇਹ ਕੀ ਹੈ, ਚੰਮ ਦਾ ਕੰਮ ਕਰਦਾ। ਹਾਂਜੀ, ਕੱਲਾ ਜੁੱਤੀਆਂ ਗੰਢਣ ਦਾ ਥੋੜੀ ਕੰਮ ਸੀ ਬਾਬਾ ਜੀ ਦਾ ਜੀ। ਬਾਬਾ ਜੀ ਦਾ ਮਰੇ ਹੋਏ ਪਸ਼ੂਆਂ ਨੂੰ ਢੋਣਾ ਉਹਨਾਂ ਦਾ ਚੰਮ, ਇਹ ਵੀ ਸਾਰਾ ਕੰਮ ਸੀਗਾ ਜੀ ਉਹਨਾਂ ਦਾ। ਹਾਂਜੀ, ਉਹ ਬਾਬਾ ਜੀ ਭਗਤ ਰਵਿਦਾਸ ਸਾਹਿਬ ਜੀ ਕਹਿਣ ਲੱਗੇ ਮੈਂ ਬਹੁਤ ਗਰੀਬ ਸਾਂ ਤੇ ਲੋਕ ਮੈਨੂੰ ਵੇਖ ਵੇਖ ਕੇ ਹੱਸਦੇ ਹੁੰਦੇ ਸੀਗੇ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਰਵਿਦਾਸ ਸਾਹਿਬ ਜੀ ਨੇ ਤੇ ਬਾਣੀ 'ਚ ਲਿਖਿਆ ਨਾ ਜੀ, ਬਹੁਤ ਸਾਰੇ ਪੁਰਸ਼ ਮੈਂ ਆਪਣੀ ਨਿੱਕੀ ਜਿਹੀ ਜ਼ਿੰਦਗੀ 'ਚ ਵੇਖੇ ਜੀ, ਜਿਹੜੇ ਕਹਿੰਦੇ ਹੁੰਦੇ ਸਨ ਵੀ ਅੱਤ ਦੇ ਗਰੀਬ ਸਾਂ। ਜਿਸ ਦਿਨ ਦਾ ਜੀਭ ਤੋਂ ਗੁਰੂ ਸਾਹਿਬ ਜੀ ਦਾ ਜਸ ਕਰਨਾ ਸ਼ੁਰੂ ਕੀਤਾ, ਕਮੀ ਕੋਈ ਨਹੀਂ ਰਹਿ ਗਈ ਜੀ। ਉਹ ਆਪ ਗੱਲਾਂ ਕਰਦਿਆਂ ਉਹਨਾਂ ਨੂੰ ਸੁਣਿਆ ਜੀ। ਦਾਲਤ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ। ਹੁਣ ਕੀ ਹੈ? ਅਸ਼ਟ ਸਿੱਧ ਰਿੱਧ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ। ਹਾਂਜੀ, ਹੁਣ 18 ਸਿੱਧੀਆਂ ਨਵ ਨਿਧੀਆਂ ਹੱਥ ਤੇ ਤੁਰੀਆਂ ਫਿਰਦੀਆਂ। ਹੇ ਪਰਮੇਸ਼ਰ ਜੀ, ਵਾਹਿਗੁਰੂ ਜੀ, ਤੁਹਾਡੀ ਕਿਰਪਾ ਹੈ ਸਾਰੀ। ਸੋ ਜਿਨ੍ਹਾਂ ਉੱਤੇ ਗੁਰੂ ਜੀ ਦੀ ਕਿਰਪਾ ਹੋ ਜੇ, ਵਾਹਿਗੁਰੂ ਜੀ ਦੀ ਕਿਰਪਾ ਹੋ ਜੇ, ਆਮ ਛੋਟੇ ਮੋਟੇ ਲੋਕਾਂ ਦੀ ਤੇ ਗੱਲ ਛੱਡੋ, ਵੱਡੇ ਵੱਡੇ ਰਾਜੇ ਵੀ ਉਹਨਾਂ ਦੇ ਅਧੀਨ ਹੋ ਜਾਂਦੇ ਜੀ। ਵੱਡੇ ਵੱਡੇ ਰਾਜੇ ਵੀ ਉਹਨਾਂ ਦੇ ਕਹੇ ਵਿੱਚ ਹੋ ਜਾਂਦੇ ਜੀ। ਹਾਂਜੀ, ਸੋ ਬਾਬਾ ਜੀ ਨੇ ਸਾਰਾ ਕੁਝ ਗੁਰੂ ਜੀ ਦੀ ਕਿਰਪਾ ਨੂੰ ਮੁੱਖ ਰੱਖਿਆ। ਮਹਾਰਾਜ ਹੁਣ ਇਹ ਦੂਜਾ ਘੋੜਾ ਵੀ ਤੁਹਾਡੀ ਮਿਹਰ ਨਾਲ ਆਇਆ। ਸੰਗਤ ਬਾਬਾ ਜੀ ਦੇ ਮੁਖੋਂ ਕਥਾ ਸੁਣ ਕੇ ਬੜੀ ਖੁਸ਼ ਹੋਈ ਜੀ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹਦਾ ਵੀ ਇੱਕ ਕਾਰਨ ਹੈ। ਉਹਦਾ ਕਾਰਨ ਇਹ ਹੈ ਸੰਗਤ ਜੀ, ਇੱਕ ਤੇ ਹੁੰਦਾ ਵੀ ਪੜ੍ਹ ਕੇ ਗੱਲ ਕਹਿਣਾ ਜੀ, ਇੱਕ ਹੁੰਦਾ ਸੁਣੀ ਸੁਣਾਈ ਗੱਲ ਗਾਂਹ ਕਰ ਦੇਣੀ ਜੀ, ਇੱਕ ਹੁੰਦਾ ਵੇਖ ਕੇ ਗੱਲ ਸਾਰਾ ਕੁਝ ਕਰ ਦੇਣੀ ਜੀ, ਤੇ ਇੱਕ ਨਾਲ ਵਰਤਿਆ ਹੋਇਆ ਜੀ ਸਾਰਾ ਕੁਝ। ਗੱਜ ਕੇ ਆਖੋ ਵਾਹਿਗੁਰੂ। ਫਰਕ ਪੈ ਜਾਂਦਾ ਜੀ। ਪੜ੍ਹ ਕੇ ਗੱਲ ਕਰਨੀ, ਸੁਣ ਕੇ ਗੱਲ ਕਰਨੀ, ਵੇਖ ਕੇ ਗੱਲ ਕਰਨੀ,
ਹਾਂਜੀ ਸਭ ਕੁਝ ਸਾਹਮਣੇ ਅੱਖਾਂ ਸਾਹਮਣੇ ਹੋ ਗਿਆ, ਉਹ ਗੱਲ ਕਰਨ ਦਾ ਫਰਕ ਹੋਰ ਹੋ ਜਾਂਦਾ ਜੀ। ਤੇ ਇੱਕ ਜਿਹਦੇ ਨਾਲ ਗੱਲ ਵਰਤੀ ਜੀ ਉਹਨੇ ਦੱਸਣਾ, ਉਹਦਾ ਹੋਰ ਫਰਕ ਹੋਣਾ ਜੀ। ਜਦੋਂ ਬਾਬਾ ਜੀ ਨੇ ਆਪਣੀ ਆਪ ਹੀ ਕਥਾ ਕਰਤੀ ਨਾ ਜੀ, ਤੇ ਸੰਗਤ ਸੁਣ ਬੜੀ ਖੁਸ਼ ਹੋਈ ਜੀ। ਹਾਂਜੀ ਹੁਣ ਸੁਣੋ ਅੱਗੋਂ ਕੀ ਪ੍ਰਸੰਗ ਆਰੰਭ ਹੋ ਰਿਹਾ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਥੋੜਾ ਜਿਹਾ ਹੋਰ ਗੱਜ ਕੇ ਆਖੋ ਹਾਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸ ਪ੍ਰਸੰਗ ਵਿਧੀਏ ਸਕਲ ਕਹਿਓ ਸਹਿਤ ਵਿਸਤਾਰ। ਬਹੁਤ ਸਾਰੀ ਸੰਗਤ ਬੈਠੀ ਸੀ, ਬਾਬਾ ਬਿਧੀ ਚੰਦ ਜੀ ਨੇ ਵਿਸਥਾਰ ਸਹਿਤ ਕਥਾ ਕੀਤੀ ਜੀ। ਵਿਸਥਾਰ ਸਹਿਤ ਅਸੀਂ ਤੇ ਪੜ੍ਹ ਕੇ ਕੀਤੀ ਜੀ ਸਾਰੀ ਜੀ। ਹਾਂਜੀ ਜੈਸੇ ਗੁਰੂ ਸਾਹਿਬ ਨੇ ਕਰਾਲੀ ਜੀ, ਤੇ ਬਾਬਾ ਜੀ ਨਾਲ ਤੇ ਸਾਰਾ ਕੁਝ ਵਰਤਿਆ ਸੀਗਾ ਜੀ। ਬਾਬਾ ਜੀ ਨੇ ਪੂਰੀ ਵਿਸਥਾਰ ਸਹਿਤ ਕਥਾ ਕੀਤੀ। ਮੈਂ ਦਿਨੇ ਕੀ ਕੀਤਾ, ਸ਼ਾਮ ਨੂੰ ਕੀ ਕੀਤਾ, ਕਿੱਥੇ ਰਿਹਾ, ਸਾਰੀ ਕਥਾ ਬਾਬਾ ਜੀ ਨੇ ਆਪ ਕੀਤੀ ਜੀ। ਹਾਂਜੀ ਮੈਂ ਸੰਖੇਪ ਵਰਣਨ ਕਰਿਓ ਸੁਨੋ ਕਥਾ ਸੁਖਸਾਰ। ਭਾਈ ਸੰਤੋਖ ਸਿੰਘ ਜੀ ਇਹ ਗੱਲ ਲਿਖਦੇ ਹੋ, ਕਹਿੰਦੇ ਗੁਰੂ ਕੀ ਪਿਆਰੀ ਸੰਗਤ ਜੀ ਮੈਂ ਤੇ ਬਹੁਤ ਸੰਖੇਪ ਕਥਾ ਲਿਖੀ ਹੈ। ਗੱਜ ਕੇ ਆਖੋ ਵਾਹਿਗੁਰੂ। ਅਜੇ ਆਪਾਂ ਨੂੰ ਕਿੰਨੇ ਦਿਨ ਹੋ ਗਏ ਜੀ ਇਸ ਪਾਸੇ ਲੱਗੇ ਆ ਜੀ। ਹਾਂਜੀ ਫਿਰ ਵੀ ਭਾਈ ਸੰਤੋਖ ਸਿੰਘ ਜੀ ਦੀ ਨਿਮਰਤਾ, ਉਹ ਕਹਿੰਦੇ ਵੀ ਮੈਂ ਤੇ ਬਹੁਤ ਸੰਖੇਪ ਕਥਾ ਲਿਖੀ ਹੈ। ਸੋ ਇਹਦੇ ਤੋਂ ਅੱਗੇ ਸੁਣੋ, ਗੁਰੂ ਸਾਹਿਬ ਜੀ ਦੀ ਕਥਾ ਸੁਖ ਦੇਣ ਵਾਲੀ ਕਥਾ ਹੈ। ਹਾਂਜੀ ਇਹ ਚਰਿੱਤਰ ਸਭ ਤੁਮ ਹੀ ਕੀਨ। ਬਾਬਾ ਬਿਧੀ ਚੰਦ ਜੀ ਸਾਰੀ ਸੰਗਤ ਵਿੱਚ ਕਥਾ ਸੁਣਾ ਕੇ ਵੀ ਆਹ ਕੀਤਾ, ਆਹ ਕੀਤਾ, ਆਹ ਕੀਤਾ, ਤੇ ਗੁਰੂ ਸਾਹਿਬ ਵੱਲ ਹੱਥ ਕਰ ਲਏ ਜੀ ਬਾਬਾ ਜੀ ਨੇ। ਜਿੱਥੇ ਤਖਤ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੱਜੇ ਸਨ, ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਸਾਰਾ ਕਾਰਜ ਤੁਸੀਂ ਆਪ ਹੀ ਕੀਤਾ ਮਹਾਰਾਜ। ਹਾਂਜੀ ਦਾਸ ਜਾਨ ਜਸ ਮੋਹ ਕੋ ਦੀਨ। ਮਹਾਰਾਜ ਮੇਰੀ ਕਿੱਥੋਂ ਇੰਨੀ ਹਿੰਮਤ ਹੈ ਸੀ। ਅੱਜ ਕੇ ਆਖੋ ਵਾਹਿਗੁਰੂ। ਮਹਾਰਾਜ ਮੈਂ ਤੇ ਨਹੀਂ ਸੀ ਜਾ ਸਕਦਾ, ਇਹ ਤੇ ਤੁਸੀਂ ਆਪਣਾ ਛੋਟਾ ਜਿਹਾ ਦਾਸ ਜਾਣ ਕੇ ਇਹ ਜਸ ਹੀ ਦਿੱਤਾ, ਮੈਨੂੰ ਜਸ ਦੇ ਦਿੱਤਾ। ਕਿਰਪਾ ਤੁਸੀਂ ਤੁਹਾਡੀ ਵਰਤੀ ਤੇ ਗੁਰਮੁਖੋ ਗੱਲ ਸੱਚੀ ਹੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬੰਦੇ ਦੇ ਹਿੱਸੇ ਤੇ ਜਸ ਹੀ ਆਉਂਦਾ ਜੀ। ਕਿਰਪਾ ਵੀ ਗੁਰੂ ਸਾਹਿਬ ਜੀ ਦੀ, ਕਾਰਜ ਵੀ ਉਹ ਕਰਾਉਣ ਵਾਲੇ ਜੀ। ਹਾਂਜੀ ਇਮ ਕਹਿ ਬੰਦੇ ਪਰ ਅਰਬਿੰਦ। ਇਹ ਕਹਿ ਕੇ ਸਾਰੀ ਕਥਾ ਦੇ ਐਂਡ ਤੇ ਬਾਬਾ ਜੀ ਨੇ ਫਿਰ ਬੇਨਤੀ ਕੀਤੀ, ਮਹਾਰਾਜ ਤੁਹਾਡੀ ਕਿਰਪਾ ਨਾਲ ਹੀ ਸਾਰਾ ਕੁਝ ਹੋਇਆ। ਮਹਾਰਾਜ ਆਪ ਜੀ ਨੇ ਕੀਤਾ ਸਾਰਾ ਕੁਝ। ਹਾਂਜੀ ਆਪਾਂ ਵੀ ਜ਼ਿੰਦਗੀ 'ਚ ਇਹੋ ਹੀ ਵਿਸ਼ਾ ਰੱਖਣਾ ਸੰਗਤ ਜੀ, ਕਿਰਪਾ ਹੈ ਹੀ ਬਹੁਤ ਵੱਡੀ ਹੈ ਜੀ। ਅੱਜ ਕੇ ਆਖੋ ਵਾਹਿਗੁਰੂ। ਇੱਕ ਦਿਨ ਅੱਗੇ ਵੀ ਅਰਜ਼ ਕੀਤੀ ਸੀ, ਇੱਕ ਮਹਾਤਮਾ ਪੁਰਸ਼ ਬੜੇ ਬੰਦਗੀ ਵਾਲੇ, ਨਾਮ ਜਪਣ ਵਾਲੇ, ਪੜ੍ਹਿਆ ਲਿਖਿਆ ਵਿਦਵਾਨ ਬੰਦਾ, ਗੁਰਬਾਣੀ ਪੜ੍ਹਨ ਵਾਲਾ, ਉਹਨਾਂ ਦੇ ਕੋਲ ਗਿਆ ਜੀ। ਉਹ ਕਹਿੰਦਾ ਵੀ ਮਹਾਤਮਾ ਜੀ, ਸੰਤ ਜੀ, ਆਮ ਲੋਕ ਕਹਿੰਦੇ ਨੇ ਵੀ ਭਗਤੀ ਬਹੁਤ ਵੱਡੀ ਹੈ, ਫਿਰ ਕਈ ਕਹਿੰਦੇ ਵੀ ਕਰਮ ਵੀ ਬੜੇ ਵੱਡੇ ਨੇ। ਗੁਰਬਾਣੀ 'ਚ ਭਗਤੀ ਦੀ ਵੀ ਬੜੀ ਮਹਿਮਾ ਤੇ ਗੁਰਬਾਣੀ 'ਚ ਕਰਮਾਂ ਤੇ ਵੀ ਬੜਾ ਜ਼ੋਰ ਦਿੱਤਾ ਜੀ। ਤੁਸੀਂ ਦੱਸੋ ਵੀ ਭਗਤੀ ਵੱਡੀ ਹੈ ਕਿ ਕਰਮ ਵੱਡੇ ਨੇ? ਹੁਣ ਉਹਨਾਂ ਦਾ ਸਮਝਾਉਣ ਦਾ ਤਰੀਕਾ ਸੀ, ਉਹ ਕਹਿੰਦੇ ਵੀ ਨਾ ਹੀ ਵੱਡੇ ਕਰਮ ਹੈ ਤੇ ਨਾ ਹੀ ਭਗਤੀ ਹੈ। ਉਹ ਬੰਦਾ ਥੋੜਾ ਜਿਹਾ ਹਿੱਲ ਗਿਆ, ਕਹਿੰਦਾ ਬਾਬਾ ਜੀ ਕਿਹੋ ਜਿਹੀ ਗੱਲ ਕਰਦੇ, ਭਗਤੀ ਨੂੰ ਵੀ ਤੁਸੀਂ ਛੋਟਿਆਂ ਦੱਸਤਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਉਹ ਕਹਿੰਦੇ ਗੁਰਮੁਖਾ ਭਗਤੀ ਕਰਕੇ ਵੀ ਮਾਣ ਪੈਦਾ ਹੋ ਜਾਂਦਾ ਬੰਦੇ ਨੂੰ ਵੀ ਮੈਂ ਕੀਤੀ ਹੈ। ਕਹਿਣ ਲੱਗੇ ਕਰਮ ਵੀ ਕੱਖ ਨਹੀਂ ਹੈਗੇ। ਉਹ ਕਹਿੰਦਾ ਵੀ ਫਿਰ ਵੱਡਾ ਕੌਣ ਹੈ? ਉਹ ਕਹਿੰਦੇ ਭਗਤੀ ਤੇ ਕਰਮਾਂ ਤੋਂ ਵੱਡੀ ਵਾਹਿਗੁਰੂ ਜੀ ਦੀ ਕਿਰਪਾ। ਕਹਿਣ ਲੱਗੇ ਜਿਹਦੇ ਤੇ ਹੋ ਜੇ
ਬਸ ਫਿਰ ਸੁੱਤੇ ਸਿੱਧੀ ਉਹਦੇ ਕਾਰਜ ਬਣ ਜਾਂਦੇ ਸਾਰੇ। ਕਿਰਪਾ ਬਹੁਤ ਵੱਡੀ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਰੋ ਅਰਦਾਸ ਸੱਚੇ ਪਾਤਸ਼ਾਹ ਅੱਗੇ, ਜੋੜੋ ਹੱਥ, ਆਖੋ ਸਾਰੇ ਕਿਰਪਾ ਤੁਮਾਰੀ, ਸਭ ਕਿਰਪਾ ਤੁਮਾਰੀ, ਕਿਰਪਾ ਤੁਮਾਰੀ, ਸਭ ਕਿਰਪਾ ਤੁਮਾਰੀ, ਕਿਰਪਾ ਤੁਮਾਰੀ, ਸਭ ਕਿਰਪਾ ਤੁਮਾਰੀ, ਕਿਰਪਾ ਤੁਮਾਰੀ, ਸਭ ਕਿਰਪਾ तुम्हारी, ਕਿਰਪਾ ਤੁਮਾਰੀ, ਸਭ ਕਿਰਪਾ ਤੁਮਾਰੀ, ਕਿਰਪਾ ਤੁਮਾਰੀ, ਸਭ ਕਿਰਪਾ ਤੁਮਾਰੀ। ਸਭ ਤੁਹਾਡੀ ਕਿਰਪਾ। ਆਪਣੇ ਆਪ ਨੂੰ ਵੇਖ ਕੇ ਵੀ ਕਿਰਪਾ ਯਾਦ ਕਰਿਆ ਕਰੀਏ। ਸੋ ਬਾਬਾ ਜੀ ਨੇ ਇਹ ਬਚਨ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਮੁੜ ਨਮਸਕਾਰ ਕੀਤੀ ਜੀ। ਆਪ ਜੀ ਵੀ ਕਰੋ, ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੁਨਿਓ ਪ੍ਰਸੰਗ ਸਭਾ ਨਰਬਿੰਦ, ਤੇ ਸੰਗਤ ਵਿੱਚ ਸਭ ਨੇ ਕਥਾ ਸੁਣੀ ਜੀ ਬਾਬਾ ਜੀ ਦੀ। ਹਾਂਜੀ, ਅਚਰਜ ਭਏ ਸੁਨਤ ਚਤੁਰਾਈ, ਤੇ ਸਾਰੇ ਬਾਬਾ ਜੀ ਦੀ ਕਥਾ ਸੁਣ ਹੈਰਾਨ ਹੋਣ ਜੀ। ਹੈ ਕਮਾਲ ਹੀ ਕਰਤੀ ਬਾਬਾ ਜੀ ਨੇ। ਹਾਂਜੀ, ਸਾਧ ਸਾਧ ਸਭ ਹੂੰ ਸੁਨਾਈ, ਤੇ ਸਾਧ ਸੰਗਤ ਜੀ ਇਹ ਆਖਿਆ ਵੀ ਬਾਬਾ ਜੀ ਤੁਸੀਂ ਸ਼ਾਬਾਸ਼, ਤੁਸੀਂ ਤੇ ਕਮਾਲ ਦੇ ਹੋ। ਸਾਰੇ ਸ਼ਾਬਾਸ਼ ਸ਼ਾਬਾਸ਼ ਕਰਨ ਵੀ ਬਿਧੀ ਚੰਦ ਜੀ ਧੰਨ ਚੇ ਤੁਸੀਂ ਇੰਨੀ ਵਧੀਆ ਤਰੀਕੇ ਨਾਲ ਇੰਨੀ ਵੱਡੀ ਸੇਵਾ ਕਰ ਦਿੱਤੀ। ਹਾਂਜੀ, ਪੰਚਾਮ੍ਰਿਤ ਵਿਧੀਏ ਕਰਵਾਇਓ। ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਮਹਾਰਾਜ ਇੱਕ ਕਾਰਜ ਰਹਿ ਗਿਆ, ਬਾਕੀ ਸਾਰੇ ਹੋ ਗਏ। ਗੱਜ ਕੇ ਆਖੋ ਵਾਹਿਗੁਰੂ। 5 ਰੁਪਏ ਤੇ ਪਹਿਲੇ ਘੋੜੇ ਦੀ ਦੇਖ ਸੀ ਤੇ 5 ਰੁਪਏ ਦੂਜੇ। ਮੈਂ ਘੋੜਿਆਂ ਉੱਤੇ ਬੈਠਿਆ, ਵੇਖੋ ਬਾਬਾ ਜੀ ਦੀ ਕੈਸੀ ਗੱਲਬਾਤ। ਮਹਾਰਾਜ ਤੁਹਾਡੇ ਘੋੜਿਆਂ ਤੇ ਮੈਂ ਬੈਠ ਗਿਆ, ਸੇਵਕ ਮਾਲਕ ਦੇ ਘੋੜੇ ਤੇ ਬੈਠ ਗਿਆ। ਮੇਰੀ ਗਲਤੀ ਹੈ। ਤੇ ਪਹਿਲੇ ਘੋੜੇ ਦੀ ਵੀ 5 ਰੁਪਏ ਦੀ ਦੇਗ ਸੁੱਖੀ ਸੀ ਤੇ ਦੂਜੇ ਦੀ ਵੀ। ਅੱਜ ਕੇ ਆਖੋ ਵਾਹਿਗੁਰੂ। ਆਪਣੇ ਆਪ ਦੀ ਭੁੱਲ ਮਾਫ ਕਰਾਉਣ ਵਾਸਤੇ ਮਹਾਰਾਜ ਮੈਨੂੰ ਹੁਕਮ ਕਰੋ 10 ਰੁਪਏ ਕੜਾਹ ਪ੍ਰਸ਼ਾਦ ਦੀ ਦੇਗ ਕਰਾਉਣੀ। ਉਰੋਂ ਦੇ 10 ਰੁਪਏ ਵੀ ਬਹੁਤ ਵੱਡੀ ਗੱਲ ਹੈਗੀ ਜੀ। ਹਾਂਜੀ, ਤੇ ਉਸੇ ਵੇਲੇ ਉਹਨਾਂ ਇਹ ਬਚਨ ਕੀਤਾ ਬਾਬਾ ਜੀ ਨੇ। ਹਾਂਜੀ, ਤਤ ਛਿਨ ਕਰਬੇ ਸਿੱਖ ਪਠਾਇਓ। ਉਸੇ ਵੇਲੇ ਸਿੱਖਾਂ ਨੂੰ ਮਾਇਆ ਦਿੱਤੀ, ਭਾਈ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਜੀ ਦੀ ਦੇਗ ਤਿਆਰ ਕਰਕੇ ਲੈ ਕੇ ਆਓ। ਹਾਂਜੀ, ਸ਼੍ਰੀ ਹਰਗੋਬਿੰਦ ਚੰਦ ਬਖਾਨਾ। ਆਖੋ ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਨਾਲ ਹੀ ਜਦੋਂ ਉਹ ਸਿੱਖ ਤੁਰਿਆ ਨਾ ਜੀ, ਤੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣਾ ਵੀ ਇੱਕ ਬਚਨ ਕੀਤਾ। ਮਹਾਰਾਜ ਕਹਿੰਦੇ ਸੰਗਤ ਜੀ ਇੱਕ ਬਚਨ ਸਾਡਾ ਵੀ ਸੀ। ਹਾਂਜੀ, 1000 ਕੋ ਹਮਨੇ ਮਾਨਾ। 1000 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਅਸੀਂ ਵੀ ਮੰਨੀ ਹੋਈ ਸੀ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। 1000 ਰੁਪਏ ਦੀ ਉਸ ਸਮਿਆਂ ਤੇ ਲੱਖਾਂ ਹੋਣਗੇ ਜੀ ਉਹ। ਹਾਂਜੀ, 1000 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਅਸੀਂ ਵੀ ਮੰਨੀ ਹੈ। ਕਹਿਣ ਲੱਗੇ ਹਾਂਜੀ, ਅਬ ਹੀ ਲਿਆਵੋ ਸਭ ਕਰਵਾਏ। ਸੋ ਹੁਣੇ ਹੀ ਸਾਰਾ ਸਮਾਨ ਲੈ ਕੇ ਆਓ ਤੇ ਕੜਾਹ ਪ੍ਰਸ਼ਾਦ ਜੀ ਦੀ ਦੇਗ ਕਰੀਏ। ਹਾਂਜੀ, ਸੁਨਤ ਕਰਤ ਭੇ ਨਰ ਸਮੁਦਾਏ। ਇਹ ਸੁਣ ਕੇ ਬਹੁਤ ਸਾਰੇ ਸਿੱਖ ਇਕੱਠੇ ਹੋਏ ਜੀ। ਹਾਂਜੀ, ਕਿਉਂ? 1000 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਦੀ ਹੈਗੀ ਜੀ। ਹਾਂਜੀ, ਲੱਖਾਂ ਰੁਪਈਏ ਹੀ ਹੋਣਗੇ ਜੀ, ਲੱਖਾਂ ਹੀ ਜੀ ਉਸ ਸਮੇਂ। ਅੱਜ ਦੇ ਹਿਸਾਬ ਨਾਲ ਜੀ 1000 ਰੁਪਈਆ ਤੇ ਆਮ ਬੰਦਾ ਵੇਖਦਾ ਹੀ ਨਹੀਂ ਹੁੰਦਾ ਜੀ। ਹਾਂਜੀ, ਬਾਦਸ਼ਾਹਾਂ ਕੋਲ ਹੁੰਦੇ ਸੀਗੇ ਤੇ ਜਾਂ ਸਾਡੇ ਸੱਚੇ ਪਾਤਸ਼ਾਹ ਨੇ ਜੀ। ਹਾਂਜੀ, ਸਿੱਖ ਇਕੱਠੇ ਹੋ ਗਏ ਜੀ, ਫਟਾਫਟ ਕੜਾਏ ਧਰ ਦਿੱਤੇ ਜੀ, ਵੱਡੇ ਵੱਡੇ ਬਾਲਣ ਤਿਆਰ ਹੋ ਗਿਆ, ਪਾਣੀ ਗਰਮ ਹੋਣ ਲੱਗ ਪਿਆ ਵੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਕਰਨੀ ਹੈ। ਹਾਂਜੀ, ਸੁਨ ਸੁਨ ਕਰ ਪੁਨ ਗ੍ਰਾਮ ਜੋ ਨੇਰੇ। ਉਧਰੋਂ ਆਸੋ ਪਾਸੋਂ ਪਤਾ ਲੱਗ ਗਿਆ ਵੀ ਕਿਉਂ ਗੱਲ ਤੇ ਉਸੇ ਵੇਲੇ ਹੋ ਜਾਂਦੀ ਜੀ ਵੀ ਮਹਾਰਾਜ ਨੇ 1000 ਰੁਪਏ ਦਾ ਕੜਾਹ ਪ੍ਰਸ਼ਾਦ ਤਿਆਰ ਕਰਾਉਣਾ। ਹਾਂਜੀ, ਲੇਨ ਹੇਤ ਚੱਲ ਆਏ ਕਨੇਰੇ। ਤੇ ਬਹੁਤ ਸਾਰੇ ਮਨੁੱਖ ਕੜਾਹ ਪ੍ਰਸ਼ਾਦ ਲੈਣ ਵਾਸਤੇ ਆਏ ਜੀ। ਗੱਜ ਕੇ ਆਖੋ ਵਾਹਿਗੁਰੂ। ਉਹਦਾ ਕਾਰਨ ਪਤਾ ਕੀ ਹੈ? ਉਹਨਾਂ ਸਮਿਆਂ ਵਿੱਚ ਕੜਾਹ ਪ੍ਰਸ਼ਾਦ ਵਿਰਲੇ ਘਰਾਂ ਵਿੱਚ ਹੀ ਬਣਦਾ ਹੁੰਦਾ ਹੈਗਾ ਜੀ। ਬੜੀ ਮਹਿੰਗੀ ਵਸਤੂ ਸੀਗੀ ਜੀ ਇਹ।
ਕੜਾਹ ਪ੍ਰਸ਼ਾਦ ਕੀਤੇ ਐਵੇਂ ਹੀ ਹੈ ਜੀ। ਹਾਂਜੀ, ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਅੱਜ ਤੋਂ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਇੱਥੇ ਗਲਵਾਲੀ ਭਗਤ ਗੁਰਕਿਰਪਾਲ ਸਿੰਘ ਜੀ ਬੜੇ ਰਸਕ ਪੁਰਸ਼ ਨਾਮ ਬਾਣੀ ਦੇ, ਉਹ ਜਦੋਂ ਸਰੀਰ ਕਰਕੇ ਸਨ ਤੇ ਹਰਿਆਣੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਉਂਦੇ ਸੀਗੇ ਜੀ। 40 ਪੀਪੇ ਦੇਸੀ ਘਿਓ ਦੇ ਕੜਾਹ ਪ੍ਰਸ਼ਾਦ ਤਿਆਰ ਕਰਾਇਆ ਜੀ ਉਹਨਾਂ। 40 ਪੀਪੇ ਦੇਸੀ ਘਿਓ ਦੇ ਲੱਗੇ ਤੇ ਆਪੇ ਹਿਸਾਬ ਲਾਓ ਵੀ ਕਿੱਥੇ ਦੇਗ ਤਿਆਰ ਹੋਈ ਹੋਏਗੀ, ਕਿੰਨੀ ਦੇਗ ਤਿਆਰ ਹੋ ਗਈ ਹੋਏਗੀ। ਤੇ ਕੜਾਹ ਪ੍ਰਸ਼ਾਦ ਤਿਆਰ ਕਰਾ ਕੇ ਨਾ ਜੀ ਫਿਰ ਉਹਨਾਂ ਅਨਾਉਂਸਮੈਂਟ ਕੀਤੀ, ਸਾਰੇ ਹੀ ਆਓ ਛਕਣ ਵਾਸਤੇ, ਤੇ ਪਤੀਲੇ ਨਾਲ ਲੈ ਕੇ ਆਓ, ਬਾਲਟੀਆਂ ਨਾਲ ਲੈ ਕੇ ਆਓ, ਜੋ ਜੋ ਭਾਂਡਾ ਹੈਗਾ ਲੈ ਆਓ। ਲਾਗੇ ਗਰੀਬ ਇਲਾਕਾ ਹੈਗਾ ਜੀ, ਗਰੀਬ ਇਲਾਕਾ ਚੌਪੜ ਪੱਟੀ ਵਾਲੇ, ਉਹ ਸਾਰੇ ਹੀ ਆ ਗਏ ਜੀ, ਪਤੀਲੇ ਲੈ ਕੇ ਆ ਗਏ ਜੀ। ਉਹਨਾਂ ਨੂੰ ਪਤੀਲੇ ਭਰ ਭਰ ਕੇ ਦਿੱਤੇ ਜੀ, ਭਰ ਭਰ ਕੇ। ਤੇ ਨਾਲ ਜਿਹੜੇ ਗੁਰਮੁਖ ਸਨ ਨਾ ਜੀ, ਉਹਨਾਂ ਸਵਾਲ ਕੀਤਾ ਵੀ ਬਾਬਾ ਜੀ ਕੜਾਹ ਪ੍ਰਸ਼ਾਦ ਤੇ ਇੰਨਾ ਕੀ ਬੜਾ ਹੁੰਦਾ ਤੇ ਤੁਸੀਂ ਇੰਨਾ ਦੇਤਾ? ਖੱਜ ਕੇ ਆਖੋ ਵਾਹਿਗੁਰੂ। ਤੇ ਕਹਿੰਦੇ ਵੀ ਬਾਂਹ ਫੜ ਲਈ, ਕਹਿੰਦੇ ਵੀ ਆ ਤੁਹਾਨੂੰ ਵਿਖਾਈਏ ਵੀ ਕਿਉਂ ਦਿੱਤਾ। ਲੈ ਗਏ ਜੀ ਚੌਪੜ ਪੱਟੀ ਦੇ ਉਸ ਇਲਾਕੇ 'ਚ ਚਲੇ ਗਏ ਜਿੱਥੇ ਗਰੀਬ ਲੋਕ ਸਨ ਜੀ, ਵਿਚਾਰੇ ਝੌਂਪੜੀਆਂ ਪਾ ਕੇ ਰਹਿੰਦੇ ਸੀਗੇ। ਤੇ ਉਹ ਸਾਰਿਆਂ ਨੇ ਬੁੱਕ ਭਰੇ ਜੀ, ਬੁੱਕ ਤੇ ਕੜਾਹ ਪ੍ਰਸ਼ਾਦ ਛਕ ਰਹੇ ਜੀ ਉਹ ਬੜੇ ਆਨੰਦ ਦੇ ਨਾਲ। ਤੇ ਉਹ ਕਹਿਣ ਲੱਗੇ ਵੇਖੋ ਇਹਨਾਂ ਜ਼ਿੰਦਗੀ 'ਚ ਕਦੀ ਕੜਾਹ ਪ੍ਰਸ਼ਾਦ ਨਹੀਂ ਛਕਣਾ। ਕਹਿਣ ਲੱਗੇ ਇਹ ਕੌਣ ਇੰਨਾ ਖਰਚਾ ਕਰੇ? ਕਹਿਣ ਲੱਗੇ ਇਹ ਹੁਣ ਗੁਰੂ ਨਾਨਕ ਸਾਹਿਬ ਨੂੰ ਇਹ ਵੀ ਮੰਨਣਗੇ। ਕਹਿਣ ਲੱਗੇ ਇਹ ਵੀ ਮੰਨਣਗੇ ਤੇ ਵੇਖਿਓ ਆਉਂਦੇ ਸਾਲ ਨੂੰ ਇਹਨਾਂ ਸਾਡੇ ਕੋਲੋਂ ਤਰੀਕ ਪੁੱਛਿਆ ਕਰਨੀ ਵੀ ਗੁਰਪੁਰਬ ਕਿਹੜੀ ਤਰੀਕ ਤੇ ਆ ਰਿਹਾ, ਸਾਡੇ ਕੋਲੋਂ ਪੁੱਛਿਆ ਕਰਨਗੇ। ਗੱਜ ਕੇ ਆਖੋ ਵਾਹਿਗੁਰੂ। 4-5 ਦਿਨ ਰੱਜ ਕੇ ਛਕਣਗੇ। ਉੱਤੇ ਨਾਲੇ ਆਖਿਆ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਕੱਲੀਆਂ ਸਾਡੀਆਂ ਥੋੜੀਆਂ ਭੁੱਖਾਂ ਦੂਰ ਕੀਤੀਆਂ, ਗੁਰੂ ਨਾਨਕ ਸਾਹਿਬ ਸਾਰਿਆਂ ਦੀਆਂ ਹੀ ਭੁੱਖਾਂ ਦੂਰ ਕਰਦੇ ਨੇ, ਸਭ ਦੀਆਂ ਹੀ ਦੂਰ ਕਰਦੇ, ਇਹਨਾਂ ਦੀਆਂ ਵੀ ਦੂਰ ਹੋ ਗਈਆਂ। ਕਹਿਣ ਲੱਗੇ ਹਾਂਜੀ। ਆਸੇ ਪਾਸੇ ਪਤਾ ਲੱਗ ਗਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 1000 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਾ ਰਹੇ ਜੀ। ਬਹੁਤ ਸਾਰੇ ਇਕੱਠੇ ਹੋ ਗਏ ਸਿੱਖ, ਆਸੇ ਪਾਸੇ ਦੇ ਲੋਕ ਇਕੱਠੇ ਹੋ ਗਏ। ਹਾਂਜੀ। ਹੁਕਮ ਦਿਓ ਦੁੰਦਪ ਬਜਵਾਏ, ਮਹਾਰਾਜ ਨੇ ਹੁਕਮ ਕੀਤਾ। ਮਹਾਰਾਜ ਕਹਿੰਦੇ ਨਗਾਰੇ ਵਜਾ ਦਿਓ, ਢਿੰਡੋਰਾ ਪਟਵਾ ਦਿਓ, ਗੁਰੂ ਘਰ ਵਿੱਚ ਵੱਡੀ ਗਿਣਤੀ 'ਚ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ। ਹਾਂਜੀ। ਉਤਸਵ ਅਧਿਕ ਭਇਓ ਨਰ ਆਏ, ਤੇ ਬਹੁਤ ਸਾਰੇ ਮਨੁੱਖ ਇਕੱਠੇ ਹੋ ਗਏ। ਉਧਰ ਕੜਾਹ ਪ੍ਰਸ਼ਾਦ ਬਣਾਉਣ ਵਾਲੇ ਸਿੱਖ ਬੜੇ ਨੇਮੀ ਤੇ ਪ੍ਰੇਮੀ ਹੈਗੇ ਜੀ। ਗੱਜ ਕੇ ਆਖੋ ਵਾਹਿਗੁਰੂ। ਜੀਵਨ ਵਾਲਾ ਗੁਰੂ ਕਾ ਸਿੱਖ ਕੜਾਹ ਪ੍ਰਸ਼ਾਦ ਬਣਾਵੇ ਤੇ ਗੱਲ ਹੀ ਹੋਰ ਹੁੰਦੀ ਜੀ ਦੇਗ ਦੀ ਜੀ। ਹਾਂਜੀ। ਬਾਣੀ ਪੜ੍ਹਦਿਆਂ ਜਪਜੀ ਸਾਹਿਬ ਦਾ ਪਾਠ ਕਰਦਿਆਂ ਉਹਨਾਂ ਗੁਰਬਾਣੀ ਪੜ੍ਹਦਿਆਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਤੀ ਜੀ। ਹਾਂਜੀ। ਕਈ ਹਜ਼ਾਰਨ ਕੀ ਹੋਏ ਭੀਰ, ਕਈ ਹਜ਼ਾਰ ਲੋਕ ਇਕੱਠੇ ਹੋ ਗਏ। ਮੈਂ ਫਿਰ ਬੇਨਤੀ ਕਰਾਂ, ਉਹਨਾਂ ਦਿਨਾਂ ਦੇ ਵਿੱਚ ਕੜਾਹ ਪ੍ਰਸ਼ਾਦ ਬੜੀ ਦੁਰਲਭ ਵਸਤੂ ਸੀਗੀ ਜੀ। ਹਾਂਜੀ। ਕਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਕੜਾਹ ਪ੍ਰਸ਼ਾਦ ਛਕਣ ਵਾਸਤੇ ਆਏ ਜੀ। ਹਾਂਜੀ। ਦਰਸ ਹੈ ਸ਼੍ਰੀ ਸੋਢੀ ਬਰਬੀਰ, ਤੇ ਨਾਲੇ ਸੋਢੀ ਪਾਤਸ਼ਾਹ ਸੂਰਬੀਰ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਵੀ ਕਰ ਰਹੇ ਜੀ। ਹਾਂਜੀ। ਕੇਤਿਕ ਕੌਤਕ ਕਰਨੇ ਹਾਰੇ, ਰਚੈ ਤਮਾਸ਼ਾ ਬਿਬਦ ਪ੍ਰਕਾਰੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਈ ਕੌਤਕ ਕਰਦੇ ਜੀ, ਕਈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਕਦੀ ਬਿਲਕੁਲ ਹੀ ਸ਼ਾਂਤ ਹੋ ਜਾਂਦੇ, ਕਦੀ ਬਹੁਤ ਜ਼ਿਆਦਾ ਉਤਸ਼ਾਹ 'ਚ ਆ ਜਾਂਦੇ, ਕਦੀ ਜੰਗ ਕਰਨ ਲੱਗ ਪੈਂਦੇ ਜੀ। ਹਾਂਜੀ। ਗੁਰੂ ਸਾਹਿਬ ਜੀ ਦੀ ਆਪਣੀ ਮੌਜ ਹੈ। ਹਾਂਜੀ। ਬਾਦਿਤ ਅਪਰ ਨਗਰ ਕੇ ਆਏ, ਡਫ ਢੋਲਾ ਦਿਕ ਬਹੁਤ ਬਜਾਏ। ਹੋਰ ਕਈ ਆਸੇ ਪਾਸੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਸਜਦੇ ਸਨ ਨਾ ਜੀ, ਉਸ ਨਗਰ ਦੇ ਆਲੇ ਦੁਆਲੇ ਪਿੰਡਾਂ ਦੇ ਲੋਕ ਆ ਕੇ ਇਕੱਠੇ ਹੋ ਕੇ ਜੀ ਗੁਰੂ ਘਰ ਵਿੱਚ ਕੜਾਹ ਪ੍ਰਸ਼ਾਦ ਵਰਤੇਗਾ। ਹਾਂਜੀ। ਅਧਿਕ ਮੁਦਿਤ ਚਿਤ ਹਵੈ ਨਰ ਨਾਰੀ, ਦਰਸੈ ਸਤਿਗੁਰ ਹਵੈ ਬਲਿਹਾਰੀ। ਹਾਂਜੀ। ਮਹਾ ਕਲਾਹਲ ਸਭ ਮੈਂ ਹੋਵਾ,
ਸੁਨੈ ਪ੍ਰਸੰਨ ਜੋ ਅਚਰਜ ਜੋਵਾ। ਤੇ ਨਾਲੇ ਇੱਕ ਦੂਜੇ ਨੂੰ ਲੋਕ ਸਵਾਲ ਕਰਦੇ ਵੀ ਇੰਨਾ ਕੜਾ ਪ੍ਰਸ਼ਾਦ ਦਾ ਦੇਗ ਅੱਜ ਮਹਾਰਾਜ ਸੰਗਤ ਨੂੰ ਛਕਾਉਣ ਲੱਗੇ, ਕਾਰਨ ਕੀ ਹੈ? ਤੇ ਫਿਰ ਗੱਲਾਂ ਗੱਲਾਂ ਚੋਂ ਪਤਾ ਲੱਗਦਾ ਵੀ ਬਾਬਾ ਬਿਧੀ ਚੰਦ ਜੀ ਘੋੜੇ ਲੈ ਕੇ ਆਏ ਜੀ। ਹਾਂਜੀ, ਗੁਰੂ ਘਰ ਦੀ ਵਸਤੂ ਗੁਰੂ ਘਰ ਵਿੱਚ ਆ ਗਈ, ਇਹਦੀ ਖੁਸ਼ੀ ਮਨਾਈ ਜਾ ਰਹੀ ਹੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਤੇ ਜਦੋਂ ਪਤਾ ਲੱਗਦਾ ਨਾ ਵੀ ਇਸ ਤਰ੍ਹਾਂ ਘੋੜੇ ਲੈ ਕੇ ਆਏ ਜੀ, ਤੇ ਆਸੇ ਪਾਸੇ ਪਿੰਡਾਂ ਦੇ ਲੋਕ ਹੈਰਾਨ ਹੁੰਦੇ ਹੈ, ਇਸ ਤਰੀਕੇ ਨਾਲ ਘੋੜੇ ਲੈ ਕੇ ਆਏ। ਹਾਂਜੀ, ਪੰਚਾਮ੍ਰਿਤ ਆਇਓ ਸਮੁਦਾਏ। ਹਾਂਜੀ, ਪੰਕਤ ਕਰ ਕਰ ਦਿਓ ਬਿਠਾਏ। ਕੜਾ ਪ੍ਰਸ਼ਾਦ ਤਿਆਰ ਹੋ ਗਿਆ ਜੀ। ਮਹਾਰਾਜ ਜੀ ਦੀ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਆ ਗਿਆ, ਦੇਗ ਆ ਗਈ, ਬਹੁਤ ਸਾਰੀਆਂ ਪੰਗਤਾਂ ਲੱਗ ਗਈਆਂ ਜੀ। ਹਾਂਜੀ, ਦੂਰ ਦੂਰ ਲਾਗੀ ਗਨ ਪਾਂਤੀ। ਦੂਰ ਦੂਰ ਤੱਕ ਪੰਗਤਾਂ ਲੱਗ ਗਈਆਂ, ਦੂਰ ਦੂਰ ਤੱਕ ਲੰਮੀਆਂ ਲਾਈਨਾਂ 'ਚ ਪਿੰਡ ਵਾਲੇ ਲੋਕ ਬੈਠ ਗਏ ਜੀ। ਭਾਗਾਂ ਵਾਲੇ ਹੋਣਗੇ ਜੀ, ਗੁਰੂ ਸਾਹਿਬ ਦੇਗ ਕਰਾ ਰਹੇ ਤੇ ਛਕਣ ਲਈ ਆਏ ਸਾਰੇ। ਭਾਗਾਂ ਵਾਲੇ ਹੋਣਗੇ ਨਾ ਜੀ ਸਾਰੇ। ਹਾਂਜੀ, ਗੁਰ ਪ੍ਰਤਾਪ ਬੈਠੇ ਚਿਤ ਸ਼ਾਂਤੀ। ਸਭ ਗੁਰੂ ਜੀ ਦਾ ਪ੍ਰਤਾਪ ਜਾਣਦੇ ਨੇ ਤੇ ਸਭ ਸ਼ਾਂਤੀ ਦੇ ਨਾਲ ਪੰਗਤਾਂ 'ਚ ਬੈਠ ਗਏ ਤੇ ਉਡੀਕਣ ਲੱਗ ਪਏ ਵੀ ਹੁਣ ਕਦੋਂ ਮਹਾਰਾਜ ਕਹਿਣਗੇ ਵੀ ਛਕਾਓ ਇਹਨਾਂ ਨੂੰ ਕੜਾ ਪ੍ਰਸ਼ਾਦ। ਹਾਂਜੀ, ਬਹੁ ਵਰਤਾਵੇ ਤਬੈ ਲਗਾਏ। ਮਹਾਰਾਜ ਨੇ ਬਹੁਤੇ ਵਰਤਾਵੇ ਲਾਏ ਜੀ, ਬਹੁਤੇ ਵਰਤਾਵੇ। ਹਾਂਜੀ, ਦਿਓ ਇਤੋ ਜਿਹੇ ਅਚ ਤ੍ਰਿਪਤਾਏ। ਇਹ ਨਹੀਂ ਵੀ ਇੱਕ ਵਾਰ ਦਿੱਤਾ ਤੇ ਬਸ ਜੀ, ਬਾਰ ਬਾਰ ਕੜਾ ਪ੍ਰਸ਼ਾਦ ਪੁੱਛਿਆ ਗੁਰੂ ਕੇ ਸਿੱਖਾਂ ਨੇ। ਗੱਜ ਕੇ ਆਖੋ ਵਾਹਿਗੁਰੂ। ਤ੍ਰਿਪਤ ਕਰ ਦਿੱਤਾ ਜੀ, ਰਜਾ ਦਿੱਤਾ ਸੰਗਤਾਂ ਨੂੰ ਕੜਾ ਪ੍ਰਸ਼ਾਦ ਦੇ ਨਾਲ ਜੀ। ਹਾਂਜੀ, ਚਾਰ ਘਟੀ ਲਗ ਇਤਕ ਵਰਤਾਇਓ। ਹਾਂਜੀ, ਲੈ ਜਿਨ ਅਚਿਓ ਰਹੋ ਤ੍ਰਿਪਤਾਇਓ। ਤੇ 4 ਘੜੀਆਂ ਲਗਾਤਾਰ ਹੀ ਕੜਾ ਪ੍ਰਸ਼ਾਦ ਵਰਤਦਾ ਰਿਹਾ ਜੀ। ਇੱਕ ਪੈਰ ਜੀ ਲਗਭਗ 3-4 ਘੰਟੇ ਲਗਾਤਾਰ ਹੀ ਕੜਾ ਪ੍ਰਸ਼ਾਦ ਵਰਤਿਆ। ਤੁਸੀਂ ਆਪੇ ਹਿਸਾਬ ਲਾਓ ਵੀ ਕਿੰਨਾ ਪ੍ਰਸ਼ਾਦ ਹੋਏਗਾ ਜੀ। ਉਹ ਇੰਨਾ ਚਿਰ ਕੜਾ ਪ੍ਰਸ਼ਾਦ ਵਰਤਣਾ, ਕਿੰਨਾ ਪ੍ਰਸ਼ਾਦ ਹੋਏਗਾ ਜੀ ਉਹ। ਸੋ ਇਸ ਤਰੀਕੇ ਨਾਲ ਬਹੁਤੀਆਂ ਹੀ ਖੁਸ਼ੀਆਂ ਗੁਰੂ ਘਰ ਵਿੱਚ ਮਨਾਈਆਂ ਗਈਆਂ। ਇਹ ਹੁਣ ਚਲੋ ਸਾਡੇ ਵੀਰ ਬਹੁਤ ਕੁਝ ਕਰਨ ਲੱਗ ਪਏ। ਅੱਜ ਕੇ ਆਖੋ ਵਾਹਿਗੁਰੂ। ਸਾਰਿਆਂ ਦੀ ਆਪੋ ਆਪੀ ਆਪਣੀ ਭਾਵਨਾ ਜੋ ਮਰਜ਼ੀ ਕਰੀ ਜਾਣ। ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਦੋਂ ਉਹਨਾਂ ਦਾ ਆਗਮਨ ਦਿਨ ਆਉਂਦਾ ਜੀ, ਉਦੋਂ ਫਿਰ ਉਹ ਕੇਕ ਵੀ ਕੱਟਦੇ ਜੀ ਕਈ। ਚਲੋ ਜੋ ਕਰਨਾ ਕਰਨ, ਪਰ ਗੁਰੂ ਘਰ ਦੀ ਮਰਜ਼ਾਦਾ ਤੇ ਕੜਾ ਪ੍ਰਸ਼ਾਦ ਹੀ ਹੈ ਜੀ। ਹਾਂਜੀ, ਇਹ ਕੜਾ ਪ੍ਰਸ਼ਾਦ ਮਰਜ਼ਾਦਾ ਔਰ ਇਹ ਹਰ ਪ੍ਰਕਾਰ ਕਰਕੇ ਸੁਖਦਾਈ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਜਹਾਂਗੀਰ ਨੇ ਛਕਿਆ ਸੀਗਾ ਜੀ ਇੱਕ ਵਾਰੀ ਕੜਾ ਪ੍ਰਸ਼ਾਦ। ਜਹਾਂਗੀਰ ਨੇ ਤੇ ਵਜ਼ੀਰ ਖਾਂ ਲੈ ਕੇ ਗਿਆ ਸੀ ਕੜਾ ਪ੍ਰਸ਼ਾਦ, ਤੇ ਜਹਾਂਗੀਰ ਛਕ ਕੇ ਬਹੁਤ ਆਨੰਦਿਤ ਹੋ ਗਿਆ ਸੀਗਾ ਜੀ। ਕੜਾ ਪ੍ਰਸ਼ਾਦ ਬਜ਼ੁਰਗ ਵੀ ਛਕ ਸਕਦਾ ਜੀ, ਕੜਾ ਪ੍ਰਸ਼ਾਦ ਬੱਚਾ ਵੀ ਛਕ ਸਕਦਾ, ਨੌਜਵਾਨ ਵੀ ਛਕ ਸਕਦਾ, ਤੇ ਗੁਰਮੁਖੋ ਜਿਹਦੇ ਦੰਦ ਨਹੀਂ ਹੈਗੇ ਉਹ ਵੀ ਛਕ ਸਕਦਾ ਜੀ ਕੜਾ ਪ੍ਰਸ਼ਾਦ। ਗੁਰੂ ਘਰ ਵਿੱਚ ਪ੍ਰਸ਼ਾਦ ਵੀ ਬੜੇ ਨਿਯਮ ਵਾਲਾ ਹੈਗਾ ਜੀ, ਤਾਂ ਕਿ ਕਿਸੇ ਨੂੰ ਵੀ ਛਕਣ ਵਿੱਚ ਤੰਗੀ ਨਾ ਆਵੇ ਜੀ। ਛਕਣ ਵਿੱਚ ਤੇ ਹੁਣ ਤੇ ਕਈ ਕੁਛ ਕਰਦੇ ਜੀ, ਆਪਾਂ ਮਰਜ਼ਾਦਾ ਭੁੱਲਦੇ ਜਾਂਦੇ ਸਾਰੀ। ਗੱਜ ਕੇ ਕਰੀ ਆਖੋ ਵਾਹਿਗੁਰੂ। ਬਹੁਤ ਥਾਵਾਂ ਤੇ ਵੇਖਿਆ ਜੀ, ਕੜਾ ਪ੍ਰਸ਼ਾਦ ਛਕਣ ਤੋਂ ਪਹਿਲਾਂ ਜੀ, ਲੈਣ ਤੋਂ ਪਹਿਲਾਂ ਇੱਥੇ ਇੱਕ ਪੇਪਰ ਰੱਖਦੇ ਜੀ ਉਹ ਜੀ, ਐ ਵੀ ਇਹਦੇ ਤੇ ਪ੍ਰਸ਼ਾਦ ਰੱਖੋ ਵੀ ਕਿਤੇ ਘਿਓ ਦਾ ਥਿੰਦਾ ਨਾ ਸਾਨੂੰ ਲੱਗ ਜੇ। ਤੇ ਅੰਦਰ ਵੀ ਖੁਸ਼ਕੀ ਹੈ ਜੀ। ਹਾਂਜੀ, ਉਹ ਅੰਦਰ ਦੀ ਖੁਸ਼ਕੀ ਕਿੱਥੋਂ ਦੂਰ ਹੋਏਗੀ ਜੀ ਫਿਰ ਜੀ। ਹਾਂਜੀ, ਇਹ ਤੇ ਗੁਰੂ ਕੀ ਦੇਗ ਹੈ। ਪੁਰਾਤਨ ਸਮੇਂ ਵਿੱਚ ਜਦੋਂ ਕੜਾ ਪ੍ਰਸ਼ਾਦ, ਉਹ ਚਲੋ ਹੁਣ ਵੀ ਵਰਤਦਾ ਜੀ, ਤੇ ਖੁੱਲਾ ਘਿਓ ਹੁੰਦਾ ਸੀਗਾ ਜੀ, ਤੇ ਨਾਲੇ ਹੱਥਾਂ ਨੂੰ ਮਲਣਾ, ਤੇ ਨਾਲੇ ਗੁਰੂ ਕੇ ਸਿੱਖ ਫਿਰ ਆਸੇ ਪਾਸੇ ਦਾੜੇ ਨੂੰ ਵੀ ਲਾਉਣਾ। ਕਈ ਕੁਝ ਕਰਦੇ ਸੀ ਵੀ ਇਹ ਸਤਿਕਾਰਯੋਗ ਹੈ, ਇਹ ਵੀ ਪ੍ਰਸ਼ਾਦ ਦਾ ਹਿੱਸਾ ਹੈ। ਹਾਂਜੀ, ਸੋ ਬਹੁਤ ਖੁਸ਼ੀਆਂ ਦੇ ਨਾਲ ਬਾਲਟੀਆਂ ਭਰੀਆਂ ਵਰਤਾਵਿਆਂ ਨੇ ਤੇ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ। ਮਹਾਰਾਜ ਆਪ ਸਭ ਕੁਝ ਦੇਖ ਰਹੇ ਨੇ ਤੇ ਕੜਾ ਪ੍ਰਸ਼ਾਦ ਵਰਤ ਰਿਹਾ ਜੀ। ਹਾਂਜੀ, ਮਿਲੇ ਹਜ਼ਾਰਨ ਕੇ ਸਮੁਦਾਏ। ਅੱਜ ਕੇ ਆਖੋ ਵਾਹਿਗੁਰੂ। ਹਜ਼ਾਰਾਂ ਹੀ ਸੰਗਤਾਂ ਕੜਾ ਪ੍ਰਸ਼ਾਦ ਛਕਣ ਦੀਆਂ, ਤੇ ਸਾਡਾ ਸਿੰਘ ਬੜਾ ਖੁਸ਼ ਹੋ ਰਿਹਾ ਜੀ ਜਿੰਨੇ ਕੜਾ ਪ੍ਰਸ਼ਾਦ ਵਰਤਾਉਣਾ ਹੈ। ਉਹਦੀ ਜੋ ਕਥਾ ਆ ਗਈ ਅੱਜ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ, ਹਜ਼ਾਰਾਂ ਹੀ ਸੰਗਤਾਂ
ਕੜਾ ਪ੍ਰਸ਼ਾਦ ਛਕ ਰਹੀਆਂ ਨੇ। ਹਾਂਜੀ, ਨਹਿ ਨਿਖੁਟਿਓ ਸਗਰੋ ਤ੍ਰਿਪਤਾਏ। ਬਿਲਕੁਲ ਧੋਟ ਨਹੀਂ ਆਈ ਜੀ। ਨਹਿ ਨਿਖੁਟਿਓ ਸਗਲੋ ਵਰਤਾਏ। ਜਿੰਨਾ ਚਿਰ ਤੱਕ ਕੜਾ ਪ੍ਰਸ਼ਾਦ ਵਰਤਦਾ ਹੀ ਰਿਹਾ ਜੀ, ਵਰਤਦਾ ਰਿਹਾ। ਹੁਣ ਇਹ ਮਰਜ਼ਾਦਾਵਾਂ ਸਨ ਜੀ। ਹਾਂਜੀ, ਜਦੋਂ ਉਹ ਕੜਾ ਪ੍ਰਸ਼ਾਦ ਵਰਤਾਉਣਾ ਗੁਰੂ ਕੇ ਸਿੱਖਾਂ ਨੇ ਅਸੀਂ ਵੇਖਦੇ ਰਹੇ। ਹੁਣ ਵੀ ਕਈ ਥਾਵਾਂ ਤੇ ਇਨ ਬਿਨ ਮਰਜ਼ਾਦਾ ਸਾਂਭੀ ਹੋਈ ਜੀ। ਕੜਾ ਪ੍ਰਸ਼ਾਦ ਜਿਸ ਬਰਤਨ ਚ ਹੋਣਾ ਉਹਦੇ ਉੱਤੇ ਕੱਪੜਾ ਪਾ ਦੇਣਾ ਜੀ। ਕਿਉਂ? ਇਹਦੇ ਚ ਗੁਰੂ ਕੀ ਬਰਕਤ ਹੈ, ਇਹਦੇ ਵਿੱਚ ਮਹਾਰਾਜ ਜੀ ਦੀ ਬਰਕਤ ਹੈ। ਤੇ ਗੁਰਮੁਖੋ ਪ੍ਰੇਮੀ ਸਿੱਖ ਭਾਵਨਾ ਵਾਲੇ ਸ਼ਰਧਾ ਵਾਲੇ ਅਰਦਾਸ ਕਰਕੇ ਜਦੋਂ ਕੜਾ ਪ੍ਰਸ਼ਾਦ ਤੇ ਕੱਪੜਾ ਪਾ ਦਿੰਦੇ ਜੀ, ਵਰਤਾਉਣ ਲੱਗਦੇ ਜੀ। ਤੇ ਸੱਚੀ ਗੱਲ ਇਹ ਆ, ਫਿਰ ਤੋਟ ਨਹੀਂ ਆਉਂਦੀ ਜੀ ਉਹਦੀ ਜੀ। ਮਹਾਰਾਜ ਸਹਾਈ ਹੋ ਜਾਂਦੇ ਜੀ। ਕਿਸੇ ਪ੍ਰਕਾਰ ਦੀ ਤੋਟ ਨਹੀਂ ਆਈ ਦੇਗ ਦੀ। ਹਾਂਜੀ, ਲੀਨ ਤੇ ਹਾਵਲ ਸਦਨ ਸਿਧਾਏ। ਇੱਥੋਂ ਤੱਕ ਸੰਗਤਾਂ ਘਰਾਂ 'ਚ ਵੀ ਲੈ ਕੇ ਗਈਆਂ ਕੜਾ ਪ੍ਰਸ਼ਾਦ ਜੀ। ਹਾਂਜੀ, ਗੁਰ ਜਸ ਪੁਰ ਪੁਰ ਘਰ ਘਰ ਛਾਏ। ਗੁਰੂ ਜੀ ਦਾ ਜਸ ਪੁਰੀ ਪੁਰੀ ਵਿੱਚ, ਨਗਰਾਂ ਨਗਰਾਂ ਵਿੱਚ, ਘਰ ਘਰ ਵਿੱਚ ਗੁਰੂ ਜੀ ਦਾ ਜਸ ਛਾਇਆ। ਭਾਈ ਮਹਾਰਾਜ ਸੱਚੇ ਪਾਤਸ਼ਾਹ ਦੇ ਹਜੂਰ ਬਾਬਾ ਜੀ ਘੋੜੇ ਲੈ ਕੇ ਆਏ ਨੇ। ਔਰ ਖੁਸ਼ੀ ਵਿੱਚ ਗੁਰੂ ਘਰ ਵਿੱਚ ਅੱਜ ਕੜਾ ਪ੍ਰਸ਼ਾਦ ਵਰਤਾਇਆ ਗਿਆ। ਗੱਜ ਕੇ ਆਖੋ ਵਾਹਿਗੁਰੂ। ਜਿਵੇਂ ਆਪਾਂ ਕਹਿੰਦੇ ਪਾਲਟੀ ਦਿਓ, ਹਾਂਜੀ, ਉਵੇਂ ਗੁਰੂ ਘਰ ਵਿੱਚ ਵਧਾਈ ਦਾ ਤਰੀਕਾ ਇਹ ਹੈ। ਹਾਂਜੀ, ਜੋਧ ਸੋ ਜੋਧਾ ਗਨ ਢਿਗ ਬੈਸੇ। ਹਾਂਜੀ, ਵਿਧੀਏ ਕਹਿਓ ਗੁਰੂ ਸੰਗ ਐਸੇ। ਤੇ ਰਾਏ ਜੋਧ ਵੀ ਸੱਚੇ ਪਾਤਸ਼ਾਹ ਜੀ ਦੇ ਪਾਸ ਬੈਠਾ ਸੀ। ਬਾਬਾ ਬਿਧੀ ਚੰਦ ਜੀ ਸਭ ਬੈਠੇ। ਤੇ ਬਾਬਾ ਬਿਧੀ ਚੰਦ ਜੀ ਹੁਣ ਬਚਨ ਕਰਦੇ ਗੁਰੂ ਸਾਹਿਬ ਨਾਲ। ਹਾਂਜੀ, ਬੇਨਤੀ ਕਰਦੇ। ਮਹਾਰਾਜ ਅਬ ਦੇਰ ਨਾ ਕੋਈ। ਹਾਂਜੀ, ਸ਼ਾਹ ਜਹਾਨ ਕੇ ਰਿਸ ਅਤ ਹੋਈ। ਮਹਾਰਾਜ ਸੱਚੇ ਪਾਤਸ਼ਾਹ ਹੁਣ ਦੇਰ ਨਹੀਂ ਹੈ। ਸ਼ਾਹ ਜਹਾਂ ਬੜੇ ਗੁੱਸੇ ਵਿੱਚ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਉਹ ਤੇ ਉਦੋਂ ਹੀ ਬੜਾ ਗੁੱਸੇ 'ਚ ਸੀ ਜਦੋਂ ਬਾਬਾ ਜੀ ਕਹਿਣ ਲੱਗੇ ਵੀ ਮੈਂ ਲੈ ਕੇ ਚੱਲਾਂ ਹੀ ਘੋੜੇ ਗੁਰੂ ਸਾਹਿਬ ਕੋਲ। ਉਹ ਤੇ ਉਦੋਂ ਆਵਾਜ਼ਾਂ ਮਾਰਦਾ ਹੈ ਵੀ ਰੋਕੋ ਇਹਨੂੰ। ਹਾਂਜੀ, ਬਾਬਾ ਜੀ ਕਹਿ ਰਹੇ ਮਹਾਰਾਜ ਸ਼ਾਹਜਹਾਂ ਬਹੁਤ ਗੁੱਸੇ ਵਿੱਚ ਹੈ। ਹਾਂਜੀ, ਆਪ ਚੜ੍ਹੈ ਤੂਰ ਨਹੀਂ ਆਵੈ ਕਹਿ ਗਾਡੇ ਉਮਰ ਆਪ ਚੜਾਵੈ। ਮਹਾਰਾਜ ਸੱਚੇ ਪਾਤਸ਼ਾਹ ਜਾਂ ਤਾਂ ਵੱਡੇ ਵੱਡੇ ਜਰਨੈਲ ਘੱਲੇਗਾ ਆਪ ਜੀ ਪਾਸ, ਤੇ ਹੋ ਸਕਦਾ ਗੁੱਸੇ ਵਿੱਚ ਆਪ ਹੀ ਚੜ ਕੇ ਆ ਜੇ। ਹਾਂਜੀ, ਆਏ ਲਰਹਿ ਲਸ਼ਕਰ ਅਬ ਭਾਰਾ। ਮਹਾਰਾਜ ਇਉਂ ਲੱਗਦਾ ਜਿਵੇਂ ਸ਼ਾਹਜਹਾਂ ਗੁੱਸੇ ਵਿੱਚ ਸੀ, ਵੱਡੀ ਫੌਜ ਲੈ ਕੇ ਆਏਗਾ ਸਾਡੇ ਕੋਲ। ਹਾਂਜੀ, ਇਮ ਜਾਨੋ ਜਿਮ ਮੋਹੇ ਨਿਹਾਰਾ। ਤੇ ਸੱਚੇ ਪਾਤਸ਼ਾਹ ਜਿਵੇਂ ਸਮਝਿਆ ਨਾ ਵੀ ਮੈਂ ਛੇਤੀ ਆਇਆ, ਤੇ ਸਾਰੇ ਕਹਿ ਰਹੇ ਵੀ ਬਿਧੀ ਚੰਦ ਜੀ ਛੇਤੀ ਆ ਗਏ ਇਸ ਵਾਰ। ਮਹਾਰਾਜ ਇਹ ਵੀ ਨਹੀਂ ਪਤਾ ਉਹ ਵੀ ਛੇਤੀ ਆ ਜਾਣਗੇ। ਗੱਜ ਕੇ ਆਖੋ ਵਾਹਿਗੁਰੂ। ਡਾਰੇ ਰਹੇ ਤੁਰੰਗਮ ਜ਼ੀਨ ਸਕਲ ਤੁਫੰਗਮ ਤਿਆਰੀ ਕੀਨ। ਤੇ ਹੈ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸਾਨੂੰ ਹੁਕਮ ਕਰੋ ਅਸੀਂ ਘੋੜਿਆਂ ਤੇ ਕਾਠੀਆਂ ਪਾ ਕੇ ਹੀ ਰੱਖੀਏ। ਮਹਾਰਾਜ ਬੰਦੂਕਾਂ 'ਚ ਗੋਲੀਆਂ ਪਾ ਕੇ ਹੀ ਰੱਖੀਏ, ਪੱਥਿਆਂ 'ਚ ਤੀਰ ਪਾ ਕੇ ਹੀ ਰੱਖੀਏ। ਅਸੀਂ ਤਿਆਰੀ ਵਿੱਚ ਰਹੀਏ। ਸੱਚੇ ਪਾਤਸ਼ਾਹ ਸਾਨੂੰ ਹੁਕਮ ਕਰੋ। ਹਾਂਜੀ, ਸੁਨ ਗਨ ਤੁਰਕਨ ਕੋ ਆਵਗਨੂ ਜਗਿਓ ਵੀਰ ਰਸ ਉਰ ਅਰ ਰਾਵਨੂ। ਤੇ ਦੋਵੇਂ ਹੱਥ ਜੋੜੋ, ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਹੈ ਤੇ ਅੰਤਰਜਾਮੀ, ਪਰ ਜਦੋਂ ਇਹ ਗੱਲ ਸੁਣੀ ਨਾ ਵੀ ਫੌਜ ਆ ਰਹੀ ਹੈ ਪਿੱਛੇ, ਅੰਦਾਜ਼ਾ ਹੀ ਸੀ। ਵੈਸੇ ਵੀ ਅੰਤਰਜਾਮੀ ਸਨ ਜੀ। ਮਹਾਰਾਜ ਉਸੇ ਵੇਲੇ ਵੀਰ ਰਸ ਵਿੱਚ ਆ ਗਏ ਜੀ, ਉਸੇ ਵੇਲੇ ਹੀ ਵੀਰ ਰਸ ਵਿੱਚ ਆ ਗਏ। ਹਾਂਜੀ, ਬੂਝਿਓ ਤਬੈ ਜੋਧ ਕੇ ਸੰਗ ਇਹਾਂ ਕਰੋ ਤੁਮ ਕਿਸ ਬਿਦ ਜੰਗ। ਸੱਚੇ ਪਾਤਸ਼ਾਹ ਰਾਏ ਜੋਧ ਨੂੰ ਕਹਿਣ ਲੱਗੇ, ਰਾਏ ਜੋਧ ਦੱਸ ਤੁਸੀਂ ਕਿਵੇਂ ਜੰਗ ਕਰਦੇ ਚ ਇਸ ਇਲਾਕੇ ਵਿੱਚ। ਹਾਂਜੀ, ਆਪਣੇ ਹੋਹੇ ਅਲਪ ਭੱਟ ਨਾਲ ਸਾਡੇ ਨਾਲ ਤੇ ਥੋੜੇ ਸੂਰਮੇ ਨੇ। ਕਹਿਣ ਲੱਗੇ ਹਾਂਜੀ, ਛਤਰ ਬ੍ਰਿੰਦ ਚੜ ਆਏ ਵਿਸਾਲ। ਤੇ ਇਹ ਪਤਾ ਸਾਨੂੰ ਕਹਿਣ ਲੱਗੇ ਫੌਜ ਆਉਣੀ ਬੜੀ ਵੱਡੀ ਗਿਣਤੀ ਚ ਹੈ। ਗੱਜ ਕੇ ਆਖੋ ਵਾਹਿਗੁਰੂ। ਬਚਨ ਸੱਚੇ ਪਾਤਸ਼ਾਹ ਜੀ ਦਾ ਸੱਚਾ ਜੀ। ਕਿਉਂ ਜੀ? ਗੁਰੂ ਸਾਹਿਬ ਜੀ ਦੇ ਨਾਲ 3000 ਸੂਰਮਾ ਜੀ। ਹਾਂਜੀ, ਉਧਰ 35000 ਆਉਣਾ ਜੀ।
फर्क तो हैगा जी। हाँ जी, महाराज कहते राय जोध इस इलाके विच किवें जंग करदे सानू दसो सारा कुछ। हाँ जी, कठन दुर्ग मह होए प्रवेशु जां ते किहे किले विच प्रवेश कर जइए। हाँ जी, कै जंगल थल पिखों विशेषु ते जां फिर विशेष थां ते किहे जंगल विच चल जइए, ਉੱਥੇ ਜਾ ਕੇ ਜੰਗ ਦੀ ਤਿਆਰੀ ਕਰੀਏ। ਹਾਂਜੀ, किधों मरू थल है इत कोए किस विद रहो मवासे होए। ਤੇ ਕਹਿਣ ਲੱਗੇ ਜਾਂ ਫਿਰ ਮਾਰੂ ਥਲ ਦੇ ਇਲਾਕੇ 'ਚ ਚਲੇ ਜੀਏ। ਦੱਸ ਭਾਈ ਤੂੰ ਇਸ ਇਲਾਕੇ ਦਾ ਹੈ, ਕਿਸ ਪਾਸੇ ਜਾਈਏ, ਕਿਸ ਤਰੀਕੇ ਨਾਲ ਜੰਗ ਕਰੀਏ। ਹਾਂਜੀ, जोध कहियो कर जोर बहोर महाराज होए संगर घोर। ਤੇ ਗੱਜ ਕੇ ਆਖੋ ਵਾਹਿਗੁਰੂ। ਰਾਏ ਜੋਧ ਹੱਥ ਜੋੜ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ फौज बहुत ज्यादा आनी है। हाँ जी, अह दिलेश्वर की बहु सेना राज जगत को गिनती है ना। महाराज वो दिल्ली दा बादशाह है, फौजां किन्नियां कु ने ਇਹਦੇ बारे ते कोई गिनती मिनती नहीं हो सकती महाराज, जिन्नियां कु फौजां ने। हाँ जी, हुण थोड़ा जिहा सावधान ही रहना जी सारिਆਂ ने, क्यों पिछे जे भी जंग दी जदों कथा ਚੱਲੀ ਸੀ ना जी, ਤੇ ਪਿੱਛੇ ਬਜ਼ੁਰਗ ਮਾਤਾਵਾਂ ਉਹ ਕਹਿਣ ਲੱਗੀਆਂ ਸੀ ਵੀ ਅੜਿਆ ਛੇਤੀ ਛੇਤੀ ਮੁਕਾ। ਮੈਂ ਕਿਹਾ ਵੀ ਗੱਲ ਕੀ? ਕਹਿਣ ਲੱਗੇ ਜਦੋਂ ਘਰ ਚੱਲ ਗਏ ਫਿਰ ਬੋਲਣ ਦਾ ਨਹੀਂ ਕਿਸੇ ਨਾਲ ਜੀ ਕਰਦਾ। ਕਰਕੇ ਆਖੋ ਵਾਹਿਗੁਰੂ। ਬਸ ਤੀਰ ਹੀ ਵੇਖਦੇ, ਤੀਰ ਹੀ ਵੇਖਦੇ ਹੈ, ਫਿਰ ਨਹੀਂ ਕਿਸੇ ਨਾਲ ਗੱਲ ਕਰਨ ਦਾ ਜੀ ਕਰਦਾ, ਸਿਰ ਭਾਰਾ ਹੋ ਜਾਂਦਾ ਕਹਿਣ ਲੱਗੇ ਕਥਾ ਸੁਣ ਕੇ। ਪਰ ਹੁਣ ਇਹ ਵੀ ਕਥਾ ਦਾ ਹੀ ਹਿੱਸਾ ਜੀ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਨੂੰ ਰਾਏ ਜੋਧ ਨੇ ਬੇਨਤੀ ਕੀਤੀ, ਮਹਾਰਾਜ ਗਰੀਬ ਨਵਾਜ ਦਿੱਲੀ ਦਾ ਬਾਦਸ਼ਾਹ ਹੈ, ਸੈਨਾ ਤੇ ਬਹੁਤ ਹੋਏਗੀ ਉਹਦੇ ਨਾਲ। ਹਾਂਜੀ, ਧੰਨ ਗੁਰੂ ਸਭ ਕਿਛ ਤੁਮ ਹਾਥ। ਪਰ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਪਰ ਮਹਾਰਾਜ ਸੱਚੇ ਪਾਤਸ਼ਾਹ ਹੈ ਤੇ ਤੁਹਾਡੇ ਹੱਥ ਵਿੱਚ ਹੀ ਹੈ ਸਾਰਾ ਕੁਛ, ਉਹ ਕੀ ਚੀਜ਼ ਹੈਗੀ ਮਹਾਰਾਜ? ਹੈ ਵੇਖ ਲਓ, ਰਾਏ ਜੋਧ ਦੇ ਅੰਦਰ ਗੁਰੂ ਸਾਹਿਬ ਇਸ ਤਰੀਕੇ ਨਾਲ ਪ੍ਰਵੇਸ਼ ਕਰ ਗਏ ਨੇ ਵੀ ਰਾਏ ਜੋਧ ਨੂੰ ਕੁਛ ਮਹਿਸੂਸ ਹੀ ਨਹੀਂ ਹੋ ਰਿਹਾ ਜੀ। ਰਾਏ ਜੋਧ ਨੂੰ ਮਹਾਰਾਜ ਨੇ ਬਚਨ ਕੀਤਾ ਸੀ ਨਾ, ਗੁਰੂ ਚਿਤ ਆਵੇ, ਤੇ ਉਹ ਵਾਸੀ ਗਏ ਜੀ ਸੱਚੇ ਪਾਤਸ਼ਾਹ ਉਹਦੇ ਹਿਰਦੇ 'ਚ। ਰਾਏ ਜੋਧ ਕਹਿਣ ਲੱਗਾ ਮਹਾਰਾਜ ਤੁਸੀਂ ਧੰਨ ਤੇ ਸੱਚੇ ਪਾਤਸ਼ਾਹ। ਹਾਂਜੀ, ਚਾਹੋ ਸੋ ਕਰਹੋ ਬਾਕ ਕੇ ਸਾਥ। ਮਹਾਰਾਜ ਆਪ ਜੀ ਕਹਿ ਰਹੇ ਹੋ ਕਿਲਾ ਵੇਖੀਏ, ਆਪ ਜੀ ਕਹਿ ਰਹੇ ਹੋ ਕੋਈ ਜੰਗਲ ਵੇਖੀਏ, ਕੋਈ ਮਾਰੂ ਥਾਲ ਵੇਖੀਏ। ਸੱਚੇ ਪਾਤਸ਼ਾਹ ਜਿੰਨੀ ਵੀ ਫੌਜ ਆਏਗੀ ਤੁਸੀਂ ਤੇ ਬਚਨ ਨਾਲ ਹੀ ਖਤਮ ਕਰ ਦੇਣੀ ਸਾਰੀ। ਹਾਂਜੀ, ਲੜਬੇ ਤੇ ਕਿਉਂ ਹੋਏ ਨਾ ਸਕਈ। ਲੜਨ ਦੀ ਤੇ ਲੋੜ ਹੀ ਨਹੀਂ ਪੈਣੀ ਆਪ ਜੀ ਨੂੰ ਸੱਚੇ ਪਾਤਸ਼ਾਹ। ਹਾਂਜੀ, ਮਰੈ ਛਤਰ ਰਿਸ ਕਰ ਜੋ ਤੱਕਈ। ਤੇ ਜੇ ਮਹਾਰਾਜ ਇੱਕ ਕੂਰੀ ਵਾਲੇ ਪਾਸੇ ਨਾ ਤੁਸੀਂ ਤੱਕ ਲਿਆ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਰਾਏ ਜੋਧ ਦਾ ਕਿੰਨਾ ਦ੍ਰਿੜ ਨਿਸ਼ਠਾ ਜੀ। ਹਾਂਜੀ, ਗੁਰੂ ਕਿਰਪਾ ਕਰੇ ਘਰ ਘਰ ਵਿੱਚ ਹੀ ਰਾਏ ਜੋਧ ਪੈਦਾ ਹੋਣ ਜੀ, ਇਹੋ ਜਿਹੇ ਦ੍ਰਿੜ ਨਿਸ਼ਟੇ ਵਾਲੇ ਜਿਨ੍ਹਾਂ ਨੂੰ ਆਪਣੇ ਸਤਿਗੁਰੂ ਤੇ ਪੂਰਾ ਪੂਰਾ ਭਰੋਸਾ ਹੈ। ਰਾਏ ਜੋਧ ਕਹਿਣ ਲੱਗਾ ਮਹਾਰਾਜ ਜਿੰਨੀ ਮਰਜ਼ੀ ਫੌਜ ਆ ਜੇ, ਜਿਵੇਂ ਆਪਾਂ ਕਿਸੇ ਨੂੰ ਘੂਰੀ ਨਾ ਤੱਕਦੇ ਨਾ ਥੋੜਾ ਜਿਹਾ ਟੇਢਾ ਜਿਹਾ ਕਰਕੇ, ਮਹਾਰਾਜ ਜੇ ਤੁਸੀਂ ਐਂ ਵੀ ਵੇਖੋ ਤੇ ਫੌਜ ਤਬਾਹ ਹੋ ਜੇ ਉਹਨਾਂ ਦੀ। ਮਹਾਰਾਜ ਆਪ ਨੀ ਨੂੰ ਤੇ ਯੁੱਧ ਦੀ ਵੀ ਲੋੜ ਨਹੀਂ ਹੈਗੀ। ਹਾਂਜੀ, ਇਹਾਂ ਲਰਨ ਕੋ ਘਾਤ ਸੁਨੀਜੈ। ਫਿਰ ਵੀ ਜੇ ਆਪ ਜੀ ਪੁੱਛਦੇ ਹੋ ਤੇ ਸੱਚੇ ਪਾਤਸ਼ਾਹ ਇਸ ਇਲਾਕੇ ਵਿੱਚ ਜੰਗ ਜਿਸ ਤਰੀਕੇ ਨਾਲ ਹੁੰਦੀ ਹੈ ਉਹ ਮੈਂ ਬੇਨਤੀ ਕਰ ਦੇਣਾ ਆਪ ਜੀ ਨੂੰ। ਹਾਂਜੀ, ਭਰਿਓ ਤਾਲ ਜਲ ਜਹਾਂ ਲਖੀਜੈ। ਅਸੀਂ ਉੱਥੇ ਚੱਲੀਏ ਜਿੱਥੇ ਸਰੋਵਰ ਪੂਰਾ ਜਲ ਨਾਲ ਲਬਾ ਲਬ ਭਰਿਆ ਹੋਵੇ। ਗੱਜ ਕੇ ਆਖੋ ਵਾਹਿਗੁਰੂ। ਕਾਂਗੜਪੁਰ ਦਾ ਏਰੀਆ ਹੀ ਪਾਣੀ ਦੀ ਕਮੀ ਸੀ ਜੀ ਉੱਥੇ ਜੀ। ਅਸੀਂ ਉੱਥੇ ਚੱਲੀਏ ਜਿੱਥੇ ਸਰੋਵਰ ਲਬਾ ਲਬ ਜਲ ਨਾਲ ਭਰਿਆ ਹੋਵੇ। ਹਾਂਜੀ, ਚਾਹੋਂ ਦਿਸ਼ਮੈ ਉਜਾਰ ਹੋਏ ਭਾਰੀ। ਤੇ ਵਿੱਚ ਘਰ ਸਰੋਵਰ ਹੋਵੇ, ਬਾਕੀ ਆਸੇ ਪਾਸੇ ਉਥੇ ਵਸੋਂ ਨਾ ਹੋਵੇ ਸੱਚੇ ਪਾਤਸ਼ਾਹ। ਹਾਂਜੀ, ਖੋਜਿਓ ਪਾਏ ਨਹੀਂ ਕਿਤਬਾਰੀ। ਇਹੋ ਜੀ ਥਾਂ ਹੋਵੇ ਜਿੱਥੇ ਪਾਣੀ ਲੱਭਣ ਤੇ ਵੀ ਬੰਦੇ ਨੂੰ ਨਾ ਲੱਭੇ ਜੀ, ਕੇਵਲ ਸਰੋਵਰ ਹੀ ਹੋਵੇ ਲਾਗੇ। ਹਾਂਜੀ, ਸੋ ਸਰਵਰ ਘੇਰਿਓ ਚਾਹੋ ਔਰ। ਤੇ ਮਹਾਰਾਜ ਜਿੰਨੇ ਤੇ ਜੰਗ ਜਿੱਤਣੀ ਹੈ
ਉਹ ਫਿਰ ਉਸ ਸਰੋਵਰ ਨੂੰ ਘੇਰਾ ਪਾ ਲੈਂਦਾ ਸੱਚੇ ਪਾਤਸ਼ਾਹ। ਕਿਉਂ? ਇਸ ਇਲਾਕੇ 'ਚ ਗਰਮੀ ਬਹੁਤ ਹੈ, ਲੜਦਿਆਂ ਪਿਆਸ ਵੀ ਲੱਗਣੀ ਹੈ, ਵਿਰੋਧੀ ਦਲ ਨੂੰ ਪਾਣੀ ਨਹੀਂ ਲੱਭਣਾ ਕਿਤੋਂ। ਹਾਂਜੀ, ਪਾਏ ਨਾ ਹੱਲ ਹੈ ਪਰੇ ਬੜ ਜੋਰ। ਤੇ ਮਹਾਰਾਜ ਸੱਚੇ ਪਾਤਸ਼ਾਹ ਇਸ ਇਲਾਕੇ ਵਿੱਚ ਜਿਹੜਾ ਜੰਗ ਲੜਦਾ ਉਹ ਪਾਣੀ ਉੱਤੇ ਪਹਿਲਾਂ ਕੰਟਰੋਲ ਰੱਖਦਾ, ਪੂਰਾ ਪਾਣੀ ਉੱਤੇ ਕਾਬੂ ਰੱਖਦਾ। ਸਰੋਵਰ ਦੇ ਲਾਗੋਂ ਪੈਰ ਨਹੀਂ ਹਿਲਾਉਂਦਾ ਬੰਦਾ। ਹਾਂਜੀ, ਕਿਤਕ ਕਾਲ ਜਬ ਜੁਧ ਪ੍ਰਕਾਸ਼ੇ। ਹਾਂਜੀ, ਰਿਪ ਗਨ ਕੋ ਬਹੁ ਲਾਗੇ ਪਿਆਸੇ। ਕਾਫੀ ਸਮਾਂ ਜਦੋਂ ਜੰਗ ਕਰਦਿਆਂ ਹੋ ਜਾਂਦਾ, ਫਿਰ ਪਿਆਸ ਲੱਗਦੀ ਹੈ ਸੱਚੇ ਪਾਤਸ਼ਾਹ। ਹਾਂਜੀ, ਕੇਤਿਕ ਮਰਹਿ ਸ਼ਸਤਰ ਕੇ ਮਾਰੇ। ਜਿਹੜੇ ਤੇ ਸਰੋਵਰ ਵਾਲੀਆਂ ਫੌਜਾਂ ਉਹ ਤੇ ਫਿਰ ਪਾਣੀ ਪੀ ਲੈਂਦੀਆਂ, ਤੇ ਜਿਹੜਾ ਦੂਜਾ ਪਾਸਾ ਕਈ ਤੇ ਸ਼ਸਤਰ ਨਾਲ ਮਰ ਜਾਂਦੇ। ਹਾਂਜੀ, ਕਿਤਕ ਚਾਹਤ ਜਲ ਕੋ ਤਿਸ ਬਾਰੇ। ਤੇ ਕਈ ਪਿਆਸੇ ਹੀ ਮਰ ਜਾਂਦੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸਾਨੂੰ ਇਹੋ ਜਿਹਾ ਅਸਥਾਨ ਚਾਹੀਦਾ ਹੈ ਸੱਚੇ ਪਾਤਸ਼ਾਹ, ਇਹੋ ਜਿਹਾ ਅਸਥਾਨ ਚਾਹੀਦਾ ਸਾਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਏ ਜੋਧ ਤੁਸੀਂ ਇਸ ਇਲਾਕੇ ਦੇ ਹੋ, ਫਿਰ ਦੱਸੋ ਵੀ ਇਹੋ ਜਿਹਾ ਥਾਂ ਕਿਹੜਾ। ਪਤਾ ਤੇ ਮਹਾਰਾਜ ਨੂੰ ਆਪ ਹੀ ਸਾਰਾ ਕੁਝ ਹੈਗਾ। ਇਹ ਹੈ ਵੀ ਦੂਜੇ ਨੂੰ ਮਾਣ ਵਡਿਆਈ ਦੇ ਦੇਣੀ ਜੀ। ਮਹਾਰਾਜ ਕਹਿਣ ਲੱਗੇ ਸੱਚੇ ਪਾਤਸ਼ਾਹ ਵੀ ਫਿਰ ਦੱਸੋ ਇਹੋ ਜਿਹਾ ਸਥਾਨ ਕਿਹੜਾ ਹੈ ਇੱਥੇ। ਹਾਂਜੀ, ਸੁਨੋ ਪ੍ਰਭੂ ਮੈਂ ਜਾਣਿਓ ਥਾਨ। ਹੇ ਪ੍ਰਭੂ ਜੀ ਸੱਚੇ ਪਾਤਸ਼ਾਹ ਮੈਂ ਉਹ ਥਾਂ ਜਾਣਦਾ ਹਾਂ ਜਿੱਥੇ ਸਰੋਵਰ ਵੀ ਹੈ, ਵਸੋਂ ਵੀ ਨਹੀਂ ਹੈਗੀ, ਤੇ ਇਲਾਕਾ ਖੁੱਲਾ ਹੈ ਉਹ। ਹਾਂਜੀ, ਜਹਾਂ ਕਰੋ ਤੁਮ ਜੰਗ ਮਹਾਨ। ਜਿੱਥੇ ਤੁਸੀਂ ਮਹਾਨ ਜੰਗ ਕਰ ਸਕਦੇ ਹੋ, ਅਖਾੜਾ ਲੱਗ ਸਕਦਾ ਜਿੱਥੇ ਜੰਗ ਦਾ, ਮਹਾਰਾਜ ਉਹ ਸਥਾਨ ਮੈਂ ਜਾਣਦਾ ਹਾਂ। ਹਾਂਜੀ, ਹਤ ਹੈ ਤੁਰਕ ਅਰ ਰਹੇ ਸੁਖਾਰੇ। ਹਾਂਜੀ, ਭਾਜੈ ਰਿਪ ਕਰ ਪ੍ਰਾਨਨ ਪਿਆਰੇ। ਤੇ ਮਹਾਰਾਜ ਉੱਥੇ ਆਪਾਂ ਤੁਰਕਾਂ ਨੂੰ ਤੁਹਾਡੀ ਕਿਰਪਾ ਨਾਲ ਉੱਥੇ ਤੁਰਕਾਂ ਦਾ ਨਾਸ ਹੋਏਗਾ ਜਾਂ ਤੁਰਕ ਭੱਜ ਜਾਣਗੇ। ਹਾਂਜੀ, ਪੰਚ ਚੋ 4 ਕੋਸ ਇਸ ਥਲ ਤੇ। ਇੱਥੋਂ 4-5 ਕੋਸ ਦੂਰੀ ਤੇ ਇੱਕ ਸਥਾਨ ਹੈ। ਹਾਂਜੀ, ਭਰਿਓ ਸਰੋਵਰ ਸੁੰਦਰ ਜਲ ਤੇ। ਉਸ ਅਸਥਾਨ ਤੇ ਸੋਹਣਾ ਸਰੋਵਰ ਬਣਿਆ ਸੱਚੇ ਪਾਤਸ਼ਾਹ, ਲਬਾ ਲਬ ਸਰੋਵਰ ਭਰਿਆ ਹੋਇਆ ਜਲ ਨਾਲ। ਹਾਂਜੀ, ਤਿਸਕੇ ਗਿਰਦ ਚੱਲੋ ਕਰ ਡੇਰਾ। ਹਾਂਜੀ, ਹਮ ਤੇ ਦੱਖਣ ਦਿਸ਼ਵੈ ਹੇਰਾ। ਤੇ ਮਹਾਰਾਜ ਇਥੋਂ ਦੱਖਣ ਵਾਲੇ ਪਾਸੇ ਉਹ ਅਸਥਾਨ ਹੈ। ਗੱਜ ਕੇ ਆਖੋ ਵਾਹਿਗੁਰੂ। ਤੇ ਸੰਗਤਾਂ ਨੂੰ ਬੇਨਤੀ ਕੀਤੀ ਸੀ ਵੀ ਗੁਰੂ ਸਾਹਿਬ ਕਿਰਪਾ ਕਰਨ ਤੇ ਆਪਾਂ ਭਾਈ ਰੂਪਾ ਜੀ ਦੇ ਅਸਥਾਨ ਦੇ ਦਰਸ਼ਨ ਕਰਨ ਜਾਣੇ, ਭਾਈ ਕੀ ਡਰੋਲੀ ਜਾਣਾ। ਤੇ ਤੁਸੀਂ ਆ ਸਭ ਕੁਝ ਤੁਸੀਂ ਸਭ ਕੁਝ ਨੋਟ ਰੱਖੋ ਜੀ। ਆ ਜਿੰਨੇ ਵੀ ਅਸਥਾਨ ਨੇ ਨਾ ਜੀ, ਇਹਨਾਂ ਨੂੰ ਪਹਿਲਾਂ ਹੀ ਨੋਟ ਕਰ ਲਈਏ। ਭਾਈ ਰਾਏ ਜੋਧ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ ਲੱਗਾ ਮਹਾਰਾਜ, ਇੱਥੋਂ 5 ਕੋ ਦੂਰੀ ਤੇ ਉਹ ਅਸਥਾਨ ਹੈ ਜਿੱਥੇ ਸਰੋਵਰ ਲਬਾ ਲਬ ਭਰਿਆ। ਹਾਂਜੀ, ਹਮ ਨਹਿ ਤਿਆਗ ਹੈ ਗੇ ਜਲ ਸੋਏ। ਮਹਾਰਾਜ ਅਸੀਂ ਉੱਥੇ ਪਕੜ ਕਰ ਲਾਂਗੇ, ਆਪਾਂ ਉਹ ਸਰੋਵਰ ਨਹੀਂ ਛੱਡਾਂਗੇ। ਹਾਂਜੀ, ਸਤਰ ਭਲਾਏ ਤ੍ਰਿਖਾਤਰ ਹੋਏ। ਉਹ ਆਪੇ ਹੀ ਪਿਆਸੇ ਭੱਜ ਭੁੱਜ ਜਾਣਗੇ। ਹਾਂਜੀ, ਸੁਨਤ ਜੋਧ ਤੇ ਸਤਿਗੁਰ ਮਾਨੀ। ਹਾਂਜੀ, ਇਸ ਤੈ ਆਛੀ ਬਾਤ ਬਖਾਨੀ। ਤੇ ਗੱਜ ਕੇ ਆਖੋ ਵਾਹਿਗੁਰੂ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਰਾਏ ਜੋਧ ਦੀ ਗੱਲ ਸੁਣ ਕੇ ਨਾ ਜੀ, ਮਹਾਰਾਜ ਕਹਿਣ ਲੱਗੇ ਰਾਏ ਜੋਧ ਆ ਤੇ ਬੜੀ ਚੰਗੀ ਗੱਲ ਕੀਤੀ ਤੂੰ, ਸਭ ਬਚਨਾਂ ਦਾ ਆਪ ਹੀ ਪਤਾ ਹੈਗਾ ਜੀ, ਫਿਰ ਵੀ ਦੂਜੇ ਨੂੰ ਵਡਿਆਈ ਦੇ ਰਹੇ। ਹਾਂਜੀ, ਅਬ ਤੋ ਪਰੀ ਸਾਂਝ ਲਖ ਲੀਜੈ। ਪ੍ਰਾਤ ਹੋਏ ਪ੍ਰਸਥਾਨਨ ਕੀਜੈ। ਇਹਨਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਵੀਰ ਰਸ ਜਾਗਿਆ। ਮਹਾਰਾਜ ਕਹਿੰਦੇ ਹੁਣ ਤੇ ਸਾਂਝ ਹੈ, ਸ਼ਾਮ ਦਾ ਸਮਾਂ ਹੋ ਗਿਆ, ਦਿਨ ਚੜ੍ਹਦੇ ਹੀ ਆਪਾਂ ਉਸ ਪਾਸੇ ਤੁਰ ਪੈਣਾ ਜੀ। ਹਰ ਕੇ ਆਖੋ ਵਾਹਿਗੁਰੂ। ਜਿੱਥੇ ਜੰਗ ਲੜਦੀ ਨਾ, ਦਿਨ ਚੜ੍ਹਦੇ ਹੀ ਉਸ ਪਾਸੇ ਹੋ ਜਾਣਾ ਆਪਾਂ। ਹਾਂਜੀ, ਆਵੇ ਹੈ ਸ਼ਾਹ ਕੇ ਲਸ਼ਕਰ ਭਾਰੋ। ਹਥਿਆਰਨ ਕੋ ਪਕਰ ਸੰਘਾਰੋ। ਹਾਂਜੀ, ਮਸਲਤ ਜਬ ਨੀਕੇ ਕਰ ਲੀਨ। ਹਾਂਜੀ, ਬਹੁ ਬਾਰੂਦ ਆਰਾਮਨ ਕੀਨ। ਜਦੋਂ ਚੰਗੀ ਤਰ੍ਹਾਂ ਮਸਲਤ ਹੋ ਗਈ ਨਾ ਜੀ, ਵਿਚਾਰ ਹੋ ਗਈ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਹਥਿਆਰ ਤਿਆਰ ਕਰਵਾਏ ਜੀ। ਹਾਂਜੀ, ਮਣ 1000 ਸਿੱਕਾ ਮੰਗਵਾਇਓ। 1000 ਮਣ ਸਿੱਕਾ। ਗੱਜ ਕੇ ਆਖੋ ਵਾਹਿਗੁਰੂ। 1000 ਸਿੱਕਾ ਨਹੀਂ ਜੀ, 1000 ਮਣ ਸੋਨੇ ਦਾ ਸਿੱਕਾ ਦਿੱਤਾ ਜੀ ਮਹਾਰਾਜ ਨੇ। ਹਾਂਜੀ,
ਬ੍ਰਿੰਦ ਸੁਨਾਰਨ ਤੇ ਟਲਵਾਇਓ ਉਹਨੂੰ ਟਲਵਾਇਆ ਜੀ। ਹਾਂਜੀ, ਇਹ ਸਾਰਾ ਕੁਝ ਵਿੱਚ ਹੋਰ ਪ੍ਰਕਾਰ ਦੇ ਸਿੱਕੇ ਸਨ, ਕਈ ਪ੍ਰਕਾਰ ਦੇ ਸਿੱਕੇ ਸਨ। ਹਾਂਜੀ, ਦੀਨੀ ਸੁਭਟ ਕੋ ਮਨ ਭਾਵਤ ਉਹਨਾਂ ਦੀਆਂ ਗੋਲੀਆਂ ਬਣਵਾਈਆਂ ਜੀ। ਅੱਜ ਕੇ ਆਖੋ ਵਾਹਿਗੁਰੂ। ਤੇ ਸੂਰਮਿਆਂ ਨੂੰ ਦੇਣ ਵਾਸਤੇ ਆਖਿਆ ਵੀ ਸੂਰਮਿਆਂ ਨੂੰ ਦੇ ਦਿਓ। ਹਾਂਜੀ, ਡਾਰਤ ਗੋਰੀ ਤੁਪਕ ਚਲਾਵਤ ਗੋਲੀਆਂ ਪਾਉਣ ਤੇ ਤੁਬਕਾਂ ਚ ਪਾਉਣ ਤੇ ਚਲਾਉਣ ਸੱਚੇ ਪਾਤਸ਼ਾਹ ਕਹਿਣ ਲੱਗੇ। ਹਾਂਜੀ, ਹੁਣ ਫਿਰ ਅੱਗੋਂ ਮਹਾਰਾਜ ਨੇ ਗੁਰੂਸਰ ਮਹਾਰਾਜ ਵਾਲੇ ਪਾਸੇ ਜਿਹੜਾ ਦੱਸਿਆ ਜੀ, ਥਾਂ ਦੱਸੀ ਹੈ ਸਰੋਵਰ ਵਾਲੀ, ਉਸ ਪਾਸੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਾਣਗੇ। ਤੇ ਹੁਣ 4 ਪਰਨ ਦਿਨ ਨਾ ਜੀ ਮਨ ਤਗੜੇ ਰੱਖ ਕੇ ਆਪਾਂ ਕਥਾ ਸੁਣਨੀ ਹੈ। ਅੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਕਰਾਉਣ ਜੀ। ਹੁਣ 4-5 ਦਿਨ ਗੋਲੀਆਂ ਚੱਲਣੀਆਂ ਜੀ, ਤੀਰ ਚੱਲਣੇ ਨੇ, ਕਈ ਕੁਛ ਹੋਣਾ। ਹਾਂਜੀ, ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਸ਼ਟਾਂ ਦਾ ਨਾਸ਼ ਕਰਨਾ ਜੀ, ਦੁਸ਼ਟਾਂ ਦਾ। ਗੱਜ ਕੇ ਆਖੋ ਵਾਹਿਗੁਰੂ। ਉਹ ਜਿਹੜੇ ਦੁਸ਼ਟ ਸਨ ਨਾ ਜੀ, ਉਹ ਇਕੱਠੇ ਵੱਡੀ ਗਿਣਤੀ 'ਚ ਇਕੱਠਿਆਂ ਕਰਕੇ ਗੁਰੂ ਸਾਹਿਬ ਨੇ ਨਾਸ਼ ਕਰਨਾ ਹੈਗਾ ਜੀ। ਇੱਕ ਸਿੱਖ ਨਾ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹੀ ਸੀਗਾ ਜੀ। ਉਹ ਮਹਾਰਾਜ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ, ਕਹਿੰਦਾ ਕਹਾਉਣ ਦਾ ਸਿੱਖ, ਕਈਆਂ ਨੂੰ ਆਦਤ ਹੁੰਦੀ ਜੀ ਵਿੱਚ ਬੋਲਣ ਦੀ। ਉਹ ਸੱਚੇ ਪਾਤਸ਼ਾਹ ਮਹਾਰਾਜ ਨੂੰ ਵਿੱਚੇ ਹੀ ਬੋਲ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ, ਜੰਗ ਦਾ ਤਿਆਗ ਕਰੀਏ ਤੇ ਮਹਾਰਾਜ ਇੱਕ ਥਾਂ ਤੇ ਬੈਠ ਕੇ ਸੁੱਖ ਲਈਏ। ਮਹਾਰਾਜ ਕਹਿੰਦੇ ਜੇ ਜੰਗ ਦਾ ਤਿਆਗ ਕੀਤਾ ਤਾਂ ਦੁਸ਼ਟਾਂ ਨੂੰ ਕਿੰਨੇ ਮਾਰਨਾ ਕਹਿਣ ਲੱਗੇ। ਦੁਸ਼ਟਾਂ ਨੂੰ ਵੀ ਤੇ ਮਾਰਨਾ ਨਾ ਕਹਿਣ ਲੱਗੇ, ਉਹਨਾਂ ਨੂੰ ਕਿੰਨੇ ਮਾਰਨਾ ਕਹਿਣ ਲੱਗੇ। ਤੇ ਮਹਾਰਾਜ ਕਹਿੰਦੇ ਸੁੱਖ ਨਾਲ ਤੇਰੇ ਨਾਲ ਗੱਲ ਵੀ ਕਰਾਂਗੇ। ਕਹਿ ਕੇ ਆਖੋ ਵਾਹਿਗੁਰੂ। ਤੇਰੇ ਨਾਲ ਸੁੱਖ ਨਾਲ ਗੱਲ ਵੀ ਕਰਾਂਗੇ, ਪਰ ਜਦੋਂ ਸਾਡੇ ਜਾਨ ਤੋਂ ਪਿਆਰੇ ਸਿੱਖਾਂ ਨੇ ਕੁਰਬਾਨੀਆਂ ਦੇਣੀਆਂ ਨਾ, ਕੁਰਬਾਨੀਆਂ ਦੇਣੀਆਂ, ਉਹਨਾਂ ਦਾ ਜਿਹੜਾ ਸ਼ਹੀਦੀ ਅਸਥਾਨ ਬਣੇਗਾ ਉੱਥੇ ਬਹਿ ਕੇ ਤੇਰੇ ਨਾਲ ਗੱਲ ਕਰਾਂਗੇ ਕਹਿਣ ਲੱਗੇ। ਪਹਿਲਾਂ ਨਹੀਂ ਕਰਨੀ, ਹੁਣ ਤੇਰੇ ਨਾਲ ਗੱਲ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਉਹ ਜਿਹੜਾ ਅਸਥਾਨ ਬਣੇਗਾ ਨਾ, ਸ਼ਹੀਦੀ ਅਸਥਾਨ, ਸ਼ਹੀਦੀ ਅਸਥਾਨ ਤੇ ਬਹਿ ਕੇ ਗੱਲ ਕਰਾਂਗੇ, ਹੁਣ ਨਹੀਂ ਕਰਨੀ ਤੇਰੇ ਨਾਲ ਅਜੇ ਗੱਲ ਜੀ। ਹਾਂਜੀ, ਕਿੱਡਾ ਮਹਾਰਾਜ ਸੱਚੇ ਪਾਤਸ਼ਾਹ ਨੇ ਜੋਸ਼ ਭਰਿਆ ਹੋਏਗਾ ਜੀ ਸਿੱਖਾਂ ਵਿੱਚ, ਜੋਸ਼ ਭਰਿਆ ਹੋਏਗਾ। ਹਾਂਜੀ, ਆਮ ਬੰਦਗੀ ਵਾਲੀ ਰੂਹ ਕਿਤੇ ਅੱਗੇ ਜਰਨੈਲ ਬਣ ਕੇ ਲੜ ਰਹੀ ਹੋਵੇ ਤੇ ਬਹੁਤ ਹੈ, ਤੇ ਜਿੱਥੇ ਸਾਖਸ਼ਾਤ ਸਾਈਂ ਮੀਆਂ ਮੀਰ ਜੀ ਕਹਿੰਦੇ ਖੁਦਾ ਨੇ ਗੁਰੂ ਹਰਗੋਬਿੰਦ ਸਾਹਿਬ। ਹਾਂਜੀ, ਸੋ ਹੁਣ ਇਹਦੇ ਤੋਂ ਅਗਲਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ ਬੜੇ ਹੀ ਪਿਆਰ ਦੇ ਨਾਲ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਮਹਾਰਾਜ ਦੇ ਦੋਵੇਂ ਪੱਖ ਨੇ ਜੀ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਹਾਂਜੀ, ਪਹਿਲਾਂ ਦਲ ਭੰਜਨ ਵੀ ਹੈਗੇ ਜੀ, ਦੁਸ਼ਟਾਂ ਦਾ ਦਲ ਇਕੱਠਾ ਕਰਕੇ ਨਾਸ਼ ਕਰਦੇ ਸੱਚੇ ਪਾਤਸ਼ਾਹ। ਆਖੋ ਸਾਰੇ, ਧੰਨ ਧੰਨ ਸਤਿਗੁਰੂ ਹਮਾਰਾ, 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 ਧੰਨ ਧੰਨ ਸਤਿਗੁਰੂ ਹਮਾਰਾ। ਇਹਦੇ ਤੋਂ ਅੱਗੇ ਫਿਰ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਜਿਵੇਂ ਸੱਚੇ ਪਾਤਸ਼ਾਹ ਕਿਰਪਾ ਕਰਨ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਕੱਲ ਨੂੰ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਸਥਾਨ ਤੇ ਆ ਜਾਣਾ ਜਿੱਥੇ ਫਿਰ ਦੁਸ਼ਟਾਂ ਦਾ ਨਾਸ਼ ਕਰਨਾ ਜੀ। ਉਸ ਸਥਾਨ ਤੇ ਆ ਜਾਣਗੇ ਸੱਚੇ ਪਾਤਸ਼ਾਹ। ਉਹ ਪ੍ਰਸੰਗ ਫਿਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।